ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਆਠਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾ ਕਮਲਾਂ ਵਿਖੇ ਹਾਜ਼ਰੀਨ ਗੁਰਮੁਖ ਪਿਆਰੇ ਸਤਸੰਗੀ ਜਨੋ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਮਾਘ ਦੇ ਮਹੀਨੇ ਦਾ ਆਗਾਜ਼ ਹੋਇਆ ਹੈ। ਮਾਘ ਦੇ ਮਹੀਨੇ ਦੀ ਸੰਗਰਾਂਦ ਹੈ। ਜੋ ਦੇਸੀ ਮਹੀਨੇ ਹਨ ਉਹਨਾਂ ਦੇ ਮੁਤਾਬਕ ਮਾਘ ਦਾ ਮਹੀਨਾ 11ਵਾਂ ਮਹੀਨਾ ਹੈ ਸਾਲ ਦਾ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਇਹ ਜਿਹੜਾ ਮਾਘ ਦਾ ਮਹੀਨਾ ਹੈ ਤੇ ਫਲਗੁਣ ਦਾ ਮਹੀਨਾ ਅਗਲਾ, ਇਹ 2 ਮਹੀਨੇ ਹਿਮਕਰ ਰੁੱਤ ਦੇ ਕਹੇ ਗਏ ਹਨ। ਹਿਮਕਰ ਰੁੱਤ ਮਨ ਭਾਵ ਦੀ ਮਾਘ ਫਗਣ ਗੁਣਵੰਤ ਜੀਓ। ਇਸ ਤੋਂ ਅੱਗੇ ਬਸੰਤ ਰੁੱਤ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਘ ਦੇ ਮਹੀਨੇ ਦੁਆਰਾ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਦੇਖੋ, ਕੋਈ ਵੀ ਗੁਰਬਾਣੀ ਦਾ ਸ਼ਬਦ ਹੈ, ਵਿਚਾਰ ਉਹਦਾ ਇੱਕ ਕੇਂਦਰੀ ਭਾਵ ਹੁੰਦਾ ਹੈ। ਜਿਵੇਂ ਆਪਾਂ ਜਦੋਂ ਕੋਈ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਜਿਹੜਾ ਰਹਾਉ ਦਾ ਬੰਦ ਹੁੰਦਾ ਹੈ, ਰਹਾਉ ਦੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਉਹ ਗੱਲ ਜੋ ਤੱਤ ਦੀ ਗੱਲ ਹੈ, ਜੋ ਮੂਲ ਰੂਪ ਦੇ ਵਿੱਚ ਜਿਸ ਕਰਕੇ ਗੁਰੂ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ ਨੇ, ਉਹ ਦੱਸਦੇ ਨੇ ਵੀ ਇਹ ਕਾਰਨ ਹੈ। ਮੁੱਖ ਭਾਵ ਕੀ ਹੈ? ਤੇ ਜਦੋਂ ਇਸ ਤਰ੍ਹਾਂ ਦੀ ਬਾਣੀ ਆਵੇ ਪੌੜੀਆਂ ਵਾਲੀ, ਤਾਂ ਉਹਦੇ ਪੌੜੀ ਦੇ ਭਾਵ ਦੀਆਂ ਅਖੀਰਲੀਆਂ ਪੰਗਤੀਆਂ ਨੂੰ ਵੇਖਣਾ ਪਵੇਗਾ। ਇਸ ਸ਼ਬਦ ਦੀਆਂ ਅਖੀਰਲੀਆਂ ਜਿਹੜੀਆਂ ਪੌੜੀਆਂ ਹਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਮਨੁੱਖ ਆਪਣੇ ਜੀਵਨ ਦੇ ਵਿੱਚ ਸਚਿਆਰ ਹੋਣਾ ਚਾਹੁੰਦਾ ਹੈ, ਸੁੱਚਾ ਹੋਣਾ ਚਾਹੁੰਦਾ ਹੈ, ਨਿਰਮਲ ਹੋਣਾ ਚਾਹੁੰਦਾ ਹੈ, ਪਰ ਉਹਦੇ ਵਾਸਤੇ ਜਿਹੜਾ ਲੋਕਾਂ ਨੇ ਸਾਧਨ ਚੁਣਿਆ, ਉਹ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ ਕਈ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਵੀ ਇਸ ਤਰ੍ਹਾਂ ਦਾ ਦਾਨ ਪੁੰਨ ਕਰੋ, ਤੀਰਥਾਂ ਦਾ ਇਸ਼ਨਾਨ ਕਰੋ, ਤੇ ਤੁਹਾਡੇ ਜੀਵਨ ਦੇ ਵਿੱਚ ਸਚਿਆਰਤਾ ਆ ਜਾਵੇਗੀ। ਤੁਸੀਂ ਸਚਿਆਰ ਹੋ ਜਾਵੋਗੇ, ਨਿਰਮਲ ਹੋ ਜਾਵੋਗੇ, ਪਾਵਨ ਹੋ ਜਾਵੋਗੇ, ਤੇ ਦਾਨ ਪੁੰਨ ਕਰਨ ਦੇ ਨਾਲ ਤੁਹਾਨੂੰ ਇਹ ਕੁਝ ਪ੍ਰਾਪਤ ਹੋਵੇਗਾ। ਪਰ ਲੋਕਾਂ ਦਾ ਜੋ ਉਹਨਾਂ ਨੇ ਆਪਣਾ ਸਿਧਾਂਤ ਬਣਾਇਆ, ਗੁਰੂ ਪਾਤਸ਼ਾਹ ਜੀ ਨੇ ਉਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ, ਤੇ ਗੁਰਬਾਣੀ ਦੇ ਵਿੱਚ ਉਹਨਾਂ ਕਰਮਾਂ ਦਾ ਪੁਰਜ਼ੋਰ ਮਹਾਰਾਜ ਜੀ ਨੇ ਖੰਡਨ ਵੀ ਕੀਤਾ ਹੈ ਕਿ ਇਸ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਕਦੇ ਕੋਈ ਮਨੁੱਖ ਸਚਿਆਰ ਨਹੀਂ ਹੁੰਦਾ, ਸੁੱਚਾ ਨਹੀਂ ਹੁੰਦਾ, ਪਾਵਨ ਨਹੀਂ ਹੁੰਦਾ। ਫਿਰ ਬੇਨਤੀ ਹੈ, ਜਿਹੜਾ ਮਾਘ ਦਾ ਮਹੀਨਾ ਹੈ, ਪੁਰਾਤਨ ਗ੍ਰੰਥਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਇਸ ਮਹੀਨੇ ਦੇ ਵਿੱਚ ਤੁਸੀਂ ਗੰਗਾ, ਪ੍ਰਯਾਗਰਾਜ ਇਤਿਆਦਿਕ ਤੀਰਥਾਂ ਦਾ ਇਸ਼ਨਾਨ ਕਰੋ, ਤੁਹਾਡੇ ਜੀਵਨ ਵਿੱਚ ਸਚਿਆਰ ਆ ਜਾਵੇਗਾ, ਸੱਚ ਆ ਜਾਵੇਗਾ, ਪਵਿੱਤਰ ਹੋ ਜਾਵੇਗਾ, ਜੀਵਨ ਨਿਰਮਲ ਹੋ ਜਾਵੇਗਾ। ਪਰ ਤੀਰਥਾਂ ਦਾ ਇਸ਼ਨਾਨ ਕਰਕੇ, ਤੀਰਥਾਂ ਤੇ ਦਾਨ ਪੁੰਨ ਕਰਕੇ ਮਨੁੱਖ ਹੋਰ ਹੰਕਾਰੀ ਹੋ ਗਿਆ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਆਖਿਆ ਹੈ, ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਵਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਤੀਰਥਾਂ ਦਾ ਇਸ਼ਨਾਨ ਕਰਨਾ ਮਾੜਾ ਨਹੀਂ, ਦਾਨ ਪੁੰਨ ਕਰਨਾ ਮਾੜਾ ਨਹੀਂ, ਪਰ ਜੇ ਤੁਸੀਂ ਸੋਚੋ ਵੀ ਇਹਦੇ ਕਰਨ ਨਾਲ ਤੁਸੀਂ ਬ੍ਰਹਮ ਗਿਆਨੀ ਬਣ ਜਾਵੋਗੇ, ਤਾਂ ਇਹ ਨਹੀਂ ਹੋਵੇਗਾ। ਔਰ ਜੇਕਰ ਇਹਨਾਂ ਦਾ ਕੁਝ ਮਹਾਤਮ ਹੈ ਵੀ, ਤੇ ਇਹਨਾਂ ਕਰਮਾਂ ਨੂੰ ਕਰਨ ਦੇ ਨਾਲ ਫਿਰ ਮਨੁੱਖ ਮੈਲਾ ਹੋ ਜਾਂਦਾ ਹੈ।
ਜਿਵੇਂ ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਹਾਈਏ। ਭਾਵੇਂ ਇਹਨਾਂ ਤੀਰਥਾਂ ਦਾ ਵੀ ਇਸ਼ਨਾਨ ਕਰੇ ਮਨੁੱਖ ਜਾ ਕੇ, ਫਿਰ ਵੀ ਪਵਿੱਤਰ ਨਹੀਂ ਹੋਵੇਗਾ। ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਆਪ ਬਰਾਬਰ ਕੰਚਨ ਦੀਜੈ। ਭਾਵੇਂ ਆਪਣੇ ਵੇਟ ਦੇ ਬਰਾਬਰ, ਭਾਰ ਦੇ ਬਰਾਬਰ ਤੋਲ ਕੇ ਸੋਨਾ ਵੀ ਦੇਵੇ, ਰਾਮ ਨਾਮ ਸਰ ਤਉ ਨਾ ਪੂਜੈ। ਪਰਮਾਤਮਾ ਦੇ ਨਾਮ ਬਰਾਬਰ ਕੁਝ ਵੀ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੋਲ, ਪੂਜ ਸਨਾਈ ਹਰ ਹਰੇ, ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਵੀ ਫਰਮਾਨ ਕਰਦੇ ਨੇ, ਸਚਿਆਰ ਹੋਣ ਵਾਸਤੇ ਬੜਾ ਕੁਝ ਆਖਿਆ ਗਿਆ, ਪਰ ਮਨੁੱਖ ਸੁੱਚਾ ਨਹੀਂ ਹੋ ਸਕਿਆ। ਇੱਥੇ ਪਾਤਸ਼ਾਹ ਜੀ ਸੁੱਚਾ ਹੋਣ ਦੀ ਵਿਧੀ ਦੱਸ ਰਹੇ ਨੇ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਗ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਸੁੱਚਾ ਕੌਣ ਹੋਵੇਗਾ? ਪਵਿੱਤਰ ਕੌਣ ਹੋਵੇਗਾ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਕਿਵੇਂ ਹੋਇਆ ਜਾਵੇ? ਤਾਂ ਗੁਰੂ ਪਾਤਸ਼ਾਹ ਜੀ ਇਹਦੀ ਵਿਧੀ ਦੱਸਦੇ ਨੇ। ਹਾਲਾਂਕਿ ਜਦੋਂ ਆਪਾਂ ਜਪਜੀ ਸਾਹਿਬ ਆਰੰਭ ਦੇ ਵਿੱਚ ਪੜ੍ਹਦੇ ਹਾਂ, ਇਹ 4 ਤਰੀਕੇ ਪਹਿਲਾਂ ਵੀ ਸਨ ਤੇ ਅੱਜ ਵੀ ਚੱਲਦੇ ਨੇ ਦੁਨੀਆ ਵਿੱਚ। ਸਚਿਆਰ ਹੋਣ ਵਾਸਤੇ ਮਨੁੱਖ, ਸੁੱਚਾ ਹੋਣ ਵਾਸਤੇ ਮਨੁੱਖ, ਪਵਿੱਤਰ ਹੋਣ ਵਾਸਤੇ ਮਨੁੱਖ ਬੜੇ ਕਰਮ ਕਰਦਾ ਹੈ। ਉਹਨਾਂ ਵਿੱਚੋਂ 4 ਮੁੱਖ ਕਰਮ ਨੇ। ਅੱਗੇ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਸ਼ਾਖਾਵਾਂ ਨੇ। ਉਹ 4 ਕਰਮ ਨੇ। ਸੋਚੈ ਸੋਚ ਨ ਹੋਵੀ, ਜੇ ਸੋਚੀ ਲੱਖ ਵਾਰ। ਪਹਿਲਾ ਹੈ ਜਾ ਕੇ ਇਹ ਤੀਰਥਾਂ ਦਾ ਇਸ਼ਨਾਨ ਕਰਨਾ। ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਵੇਂ ਤੂੰ ਲੱਖਾਂ ਵਾਰੀ, 1 2 4 ਵਾਰੀ ਨਹੀਂ, ਲੱਖਾਂ ਵਾਰੀ ਇਸ਼ਨਾਨ ਕਰ ਲਈ ਤਾਂ ਵੀ ਸੁੱਚਾ ਨਹੀਂ ਹੋਵੇਗਾ। ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਭਗਤ ਕਬੀਰ ਸਾਹਿਬ ਜੀ ਤਾਂ ਹੋਰ ਵੀ ਗੱਲ ਕਰਦੇ ਨੇ। ਉਹ ਕਹਿੰਦੇ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਉਹ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨ ਤੂੰ ਛੱਡ, ਉੱਥੇ ਜਾ ਕੇ ਘਰ ਹੀ ਪਾ ਲੈ ਕਿਨਾਰੇ ਤੇ। ਗੰਗਾ ਦੇ ਕਿਨਾਰੇ ਘਰ ਬਣਾ ਲੈ, ਉੱਥੇ ਉਹਦਾ ਨਿਰਮਲ ਜਲ ਪੀਆ ਕਰ, ਇਸ਼ਨਾਨ ਕਰਿਆ ਕਰ ਸਵੇਰੇ ਸ਼ਾਮ। ਇਹ ਕੁਝ ਕਰਕੇ ਵੀ ਸਚਿਆਰ ਨਹੀਂ ਹੋ ਸਕੇਗਾ, ਨਿਰਮਲ ਨਹੀਂ ਹੋ ਸਕੇਗਾ ਭਗਤੀ ਤੋਂ ਬਿਨਾ। ਕਬੀਰ ਗੰਗਾ ਤੀਰ ਜੋ ਘਰ ਕਰੇ, ਤੀਰ ਨਾਮ ਹੈ ਕਿਨਾਰੇ ਦਾ। ਇੱਕ ਤੀਰ ਉਹ ਵੀ ਹੈ ਨਾ ਜਿਹੜਾ ਧੁਨਸ਼ ਵਿੱਚ ਪਾ ਕੇ ਚਲਾਇਆ ਜਾਂਦਾ ਹੈ, ਬਾਣ। ਇੱਕ ਤੀਰ ਕਿਨਾਰਾ। ਕਹਿੰਦੇ ਗੰਗਾ ਦੇ ਕਿਨਾਰੇ ਜਾ ਕੇ ਘਰ ਪਾ ਲੈ, ਪਰ ਉੱਥੋਂ ਦਾ ਨਿਰਮਲ ਜਲ ਪੀਵੇਂ, ਇਸ਼ਨਾਨ ਕਰੇ ਸਵੇਰੇ ਸ਼ਾਮ। ਭਾਵੇਂ 3 ਵਾਰੀ 4 ਵਾਰੀ ਇਸ਼ਨਾਨ ਕਰ ਲਈ ਉੱਥੇ ਰੋਜ਼। ਭਗਤੀ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਹਰ ਇੱਕ ਮਨੁੱਖ ਨੇ ਉਸ ਪਦਵੀ ਨੂੰ ਪਾਣਾ ਹੈ। ਸਚਿਆਰ ਹੋਣਾ ਹੈ, ਰੱਬ ਦਾ ਰੂਪ ਹੋਣਾ ਹੈ, ਪਵਿੱਤਰ ਹੋਣਾ ਹੈ, ਪਾਵਨ ਹੋਣਾ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪਹਿਲਾਂ ਵੀ ਇਹ ਚੀਜ਼ਾਂ ਪ੍ਰਚਲਿਤ ਸਨ ਵੀ ਤੀਰਥਾਂ ਦਾ ਇਸ਼ਨਾਨ ਕਰੋ। ਤੀਰਥਾਂ ਦਾ ਇਸ਼ਨਾਨ ਕਰਕੇ ਤੁਸੀਂ ਸੁੱਚੇ ਹੋ ਜਾਵੋਗੇ। ਪਰ ਭਗਤ ਕਬੀਰ ਸਾਹਿਬ ਕਹਿੰਦੇ, ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀ ਨੇ ਕਛੂ ਨਾ ਹੋਵੈ, ਨਾਹੀ ਰਾਮ ਇਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜਲ ਕੇ ਮੱਜਣ ਜੇਗਤ ਹੋਵੈ, ਨਿਤ ਨਿਤ ਮੇਂਢਕ ਨਾਵੈ, ਜੈਸੇ ਮੇਂਢਕ ਤੈਸੇ ਹੋਏ, ਨਰ ਫਿਰ ਫਿਰ ਜੋਨੀ ਆਵੈ।
ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ ਤਾ ਸਗਲੀ ਥੈਣ ਤਰਾਈ। ਦਿਨਸ ਨਰੈਣ ਬੇਦਨੀ ਸ਼ਾਸਤਰ ਤਾਹਾਂ ਬਸੈ ਨਿਰੰਕਾਰਾ। ਕਹਿ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ। ਲੋਕੀ 68 ਤੀਰਥ ਨਹਾਈ ਕੌਰਾ ਪਨ ਤਉ ਨਾ ਜਾਈ। ਅੰਦਰ ਦਾ ਸੁਭਾਅ ਨਹੀਂ ਬਦਲਿਆ। ਮੇਨ ਸੀਗਾ ਆਪਣਾ ਅੰਦਰਲੇ ਜੀਵਨ ਨੂੰ ਬਦਲਣਾ, ਉਹ ਨਹੀਂ ਬਦਲਿਆ। ਤੇ ਬਾਹਰੋਂ ਬੜਾ ਇਹਨੇ ਇਸ਼ਨਾਨ ਕੀਤੇ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਭਾਵੇਂ ਲੱਖਾਂ ਵਾਰੀ ਤੂੰ ਸੋਚ ਕਰੀ, ਪਵਿੱਤਰ ਆਪਣੇ ਆਪ ਨੂੰ ਕਰੀ, ਇਸ਼ਨਾਨ ਕਰੀ ਜੇ, ਤਾਂ ਵੀ ਸੁੱਚਾ ਨਹੀਂ ਹੋ ਸਕੇਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਦੂਸਰਾ ਤਰੀਕਾ ਇਹ ਸੀ, ਸੰਸਾਰ ਵਿੱਚ ਚੱਲਿਆ ਵਾਮ ਮਾਰਗੀਆਂ ਦਾ। ਬੜੇ ਬੜੇ ਵੱਡੇ ਮੰਦਰ ਬਣੇ, ਉੱਥੇ ਇਸ ਤਰ੍ਹਾਂ ਦੀਆਂ ਮੂਰਤੀਆਂ ਵੀ ਲਾ ਦਿੱਤੀਆਂ, ਵਾਸ਼ਨਾ ਦੇ ਨਾਲ ਭਰੀਆਂ ਹੋਈਆਂ ਅੱਜ ਵੀ ਹਨ, ਕਿ ਤੁਸੀਂ ਰੱਜ ਕੇ ਭੋਗ ਭੋਗ ਲਵੋ। ਜੋ ਤੁਹਾਡਾ ਮਨ ਖਾਣਾ ਪੀਣਾ ਚਾਹੁੰਦਾ, ਜੋ ਭੋਗਣਾ ਚਾਹੁੰਦਾ ਭੋਗ ਲਵੋ। ਤੇ ਇੱਕ ਦਿਨ ਮਨ ਰੱਜ ਜਾਵੇਗਾ ਤੇ ਭੁੱਖ ਭੋਗਾਂ ਦੀ ਮਿਟ ਜਾਵੇਗੀ ਤੇ ਤੁਸੀਂ ਸੱਚੇ ਹੋ ਜਾਵੋਗੇ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਇਹ ਮਨ ਦੀ ਭੁੱਖ ਨਹੀਂ ਮਿਟਦੀ। ਇਹ ਤਾਂ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ, ਜਿੰਨਾ ਭੋਗਾਂ ਦਾ ਉੱਤੇ ਘਿਓ ਪਾਓਗੇ ਅੱਗ ਹੋਰ ਤੇਜ਼ ਹੋਵੇਗੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਚੁੱਪੈ ਚੁੱਪ ਨ ਹੋਵੀ ਜੇ ਲਾਏ ਰਾਹ ਲਿਵਤਾਰ। ਤੀਸਰਾ ਤਰੀਕਾ ਇਹ ਸੀ ਵੀ ਤੁਸੀਂ ਚੁੱਪ ਹੋ ਜਾਵੋ, ਕਿਸੇ ਨਾਲ ਗੱਲ ਹੀ ਨਹੀਂ ਕਰਨੀ ਸੰਸਾਰ ਨਾਲ। ਮਹਾਰਾਜ ਕਹਿੰਦੇ, ਚੁੱਪ ਹੋਣ ਦੇ ਨਾਲ ਵੀ ਆਪਾਂ ਮੂੰਹ ਨੂੰ ਬੰਦ ਕਰ ਲਵਾਂਗੇ। ਲੋਕ ਕਹਿੰਦੇ ਮੋਨੀ ਜੀ ਬਾਬਾ ਜੀ ਕਿਸੇ ਨਾਲ ਗੱਲ ਨਹੀਂ ਕਰਦੇ, ਪਰ ਮਹਾਰਾਜ ਕਹਿੰਦੇ ਤੁਹਾਡਾ ਮਨ ਤਾਂ ਅੰਦਰੋਂ ਬੋਲੀ ਜਾ ਰਿਹਾ ਹੈ। ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਾਹ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਚੌਥਾ ਤਰੀਕਾ ਇਹ ਸੀ ਵੀ ਤੁਸੀਂ ਵੇਦ ਪੜ੍ਹੋ, ਧਾਰਮਿਕ ਗ੍ਰੰਥਾਂ ਨੂੰ ਪੜ੍ਹੋ ਤੇ ਪੜ੍ਹ ਕੇ ਵਿਚਾਰ ਕਰੋ ਤੇ ਉਹਦੇ ਵਿੱਚ ਜਿਹੜੇ ਕਰਮ ਲਿਖੇ ਨੇ ਉਸ ਤਰ੍ਹਾਂ ਕਰੋ ਤੇ ਮੁਕਤ ਹੋ ਜਾਵੋਗੇ। ਮਹਾਰਾਜ ਕਹਿੰਦੇ, ਜਿੰਨਾ ਮਰਜ਼ੀ ਕੋਈ ਮਨੁੱਖ ਪੜ੍ਹ ਲਵੇ, ਪੜ੍ਹਾਈ ਕਰਨੀ ਕੁਝ ਹੋਰ ਗੱਲ ਹੈ, ਬੰਦਗੀ ਕਰਨੀ ਕੁਝ ਹੋਰ ਗੱਲ ਹੈ। ਆਪਾਂ ਵੇਦਾਂ ਨੂੰ ਪੜ੍ਹੀਏ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰੀਏ, ਕੁਝ ਹੋਰ ਗੱਲ ਹੈ, ਪਰ ਭਗਤੀ ਕਰਨੀ ਕੁਝ ਹੋਰ ਗੱਲ ਹੈ। ਕਈ ਬੜੇ ਤੁਸੀਂ ਵੇਖਿਆ ਹੋਣਾ ਬਈ ਵਿਦਵਾਨ ਹੁੰਦੇ ਨੇ, ਪਰ ਉਹਨਾਂ ਕੋਲ ਬੰਦਗੀ ਨਹੀਂ ਹੁੰਦੀ। ਜਾਣਕਾਰੀ ਬਹੁਤ ਹੁੰਦੀ ਉਹਨਾਂ ਕੋਲ, ਗ੍ਰੰਥ ਬੜੇ ਪੜ੍ਹੇ ਹੁੰਦੇ ਨੇ, ਪਰ ਉੱਠਦੇ ਨੇ 10 ਵਜੇ, ਸਾਰੀ ਰਾਤ ਕਦੀ ਕਿਤੇ ਜਾ ਕਦੀ ਕਿਤੇ ਜਾ, ਨਿਤਨੇਮ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ, ਬੰਦਗੀ ਹੈ ਨਹੀਂ, ਨਿਤਨੇਮ ਹੈ ਨਹੀਂ, ਤੇ ਬਸ ਕਿਤਾਬਾਂ ਪੜ੍ਹ ਪੜ੍ਹ ਕੇ ਉਹਦਾ ਵਿਖਿਆਨ ਕਰੀ ਜਾਣਾ ਹੈ। ਤੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਵੀ ਇਹ ਤਾਂ ਬੜਾ ਵਿਦਵਾਨ ਹੈ, ਪਰ ਉਹਦੀ ਬੰਦਗੀ ਕੋਈ ਨਹੀਂ ਹੈ, ਕੋਈ ਸਿਮਰਨ ਨਹੀਂ ਹੈ। ਤਾਂ ਹੀ ਤੇ ਮਹਾਰਾਜ ਜੀ ਨੇ ਕਿਹਾ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕਹਿ ਦੁਆਰੈ, ਦੀਜੈ ਬੁੱਧ ਵਿਵੇਕਾ। ਬੰਦਗੀ ਨਹੀਂ, ਸਿਮਰਨ ਨਹੀਂ ਹੈ। ਸਿਮਰਨ ਤੋਂ ਬਿਨਾਂ ਕੱਲੀ ਵਿਦਵਤਾ, ਕੱਲਾ ਗਿਆਨ, ਉਹ ਦੁੱਖ ਰੂਪ ਹੁੰਦਾ ਹੈ, ਉਹ ਬੰਧਨ ਰੂਪ ਹੁੰਦਾ ਹੈ। ਤਾਂ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗਿਆਨ ਬਾਹਰੋਂ ਇਕੱਠਾ ਕਰਕੇ ਉਹ ਤਾਂ ਗੱਲਾਂ ਕਰਨੀਆਂ ਤੇ ਆ ਗਈਆਂ, ਪਰ ਰੱਬ ਤੋਂ ਦੂਰੀ ਬਣ ਗਈ। ਕੋਈ ਗਾਵੈ ਰਾਗੀ ਨਾਦੀ ਬੇਦੀ, ਬੋ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਬੰਦਗੀ ਤਾਂ ਹੈ ਨਹੀਂ ਸੀ, ਪਰ ਵਿਦਿਆ ਉਹ ਸੀ, ਧਰਮ ਦੀ ਵਿਦਿਆ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਸ ਤਰ੍ਹਾਂ ਦੇ ਬਹੁਤ ਦੇਖੇ ਜਿਨ੍ਹਾਂ ਨੇ ਬਹੁਤ ਪੂਜਾ ਵੀ ਕੀਤੀ, ਬੜੇ ਕਰਮ ਇਸ ਤਰ੍ਹਾਂ ਦੇ ਕੀਤੇ, ਪਰ ਰੱਬ ਦੀ ਬਖਸ਼ਿਸ਼ ਨਹੀਂ ਲੈ ਸਕੇ। ਅੰਦਰੋਂ ਹੰਕਾਰ ਵਿਕਾਰ ਇਹ ਖਤਮ ਨਹੀਂ ਹੋਏ, ਵਿਸ਼ੇ ਵਿਕਾਰ ਖਤਮ ਨਹੀਂ ਹੋਏ। ਤੋ ਇਹ ਚਾਰ ਤਰੀਕੇ ਪਹਿਲਾਂ ਵੀ ਪ੍ਰਚਲਿਤ ਸਨ। ਤੀਰਥਾਂ ਦਾ ਇਸ਼ਨਾਨ ਕਰਨਾ ਤੇ ਮਨ ਨੂੰ ਦੁਨੀਆ ਤੋਂ ਪਰਾਂ ਲੈ ਜਾਣਾ, ਚੁੱਪ ਹੋ ਜਾਣਾ, ਕਿਸੇ ਨਾਲ ਸੰਸਾਰ ਨਾਲ ਕੋਈ ਵਿਵਹਾਰ ਨਹੀਂ ਕਰਨਾ, ਬਿਲਕੁਲ ਪਰਾਂ ਹੋ ਜਾਣਾ, ਜੰਗਲਾਂ ਵਿੱਚ ਚਲੇ ਜਾਣਾ, ਮੌਨ ਧਾਰਨ ਕਰ ਲੈਣਾ, ਪਦਾਰਥਾਂ ਨੂੰ ਭੋਗਣ ਵਾਲੇ ਵਾਮ ਮਾਰਗੀ, ਤੇ ਚੌਥਾ ਪੜ੍ਹਨ ਵਾਲੇ ਵਿਦਵਾਨ ਪੰਡਤ। ਇਸ ਤਰ੍ਹਾਂ ਕਰਨ ਦੇ ਨਾਲ ਮਹਾਰਾਜ ਕਹਿੰਦੇ ਕੋਈ ਸਚਿਆਰ ਨਹੀਂ ਹੁੰਦਾ। ਜਿੰਨੇ ਆਪਾਂ ਵੀ ਵੇਖੀਏ ਸਾਰੇ ਧਰਮਾਂ ਵਿੱਚ ਨੇ, ਆਪਣੇ ਧਰਮ ਵਿੱਚ ਕਿੰਨੇ ਪਾਠੀ ਨੇ ਵੇਖੋ, ਪਾਠ ਕਰਨ ਵਾਲੇ, ਪਰ ਬੰਦਗੀ ਕੋਈ ਨਹੀਂ, ਆਪਣਾ ਕੋਈ ਨਿਤਨੇਮ ਨਹੀਂ, ਕੋਈ ਸਿਮਰਨ ਨਹੀਂ, ਬਸ ਡਿਊਟੀਆਂ ਲਾਉਣੀਆਂ ਨੇ। ਪਾਠ ਸਿੱਖ ਲਿਆ, ਬਸ ਡਿਊਟੀਆਂ ਹੀ ਲਾ ਰਹੇ ਨੇ, ਭਜਨ ਨੱਠ ਉੱਧਰ ਉੱਧਰ। ਤੇ ਕਥਾ ਕੀਰਤਨ ਵੀ ਜਿਹੜਾ ਹੈ ਉਹ ਰੋਜੀ ਰੋਟੀ ਵਾਸਤੇ ਸਿੱਖਿਆ, ਨਾ ਕਿ ਬੰਦਗੀ ਵਾਸਤੇ। ਤੇ ਮਹਾਰਾਜ ਕਹਿੰਦੇ ਇੱਦਾਂ ਕਰਕੇ ਤੂੰ ਰੱਬ ਦਾ ਰੂਪ ਨਹੀਂ ਹੋਵੇਂਗਾ, ਰੱਬ ਵਿੱਚ ਲੀਨ ਨਹੀਂ ਹੋਵੇਂਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਆਪਾਂ ਜਿੰਨੇ ਵੀ ਧਰਮ ਦੇ ਕਰਮ ਕਰ ਰਹੇ ਹਾਂ, ਉਹ ਆਪਾਂ ਰੱਬ ਦੇ ਮਿਲਾਪ ਵਾਸਤੇ ਬੰਦਗੀ ਤੇ ਕਰਦੇ ਨਹੀਂ, ਉਹ ਕੇਵਲ ਆਪਾਂ ਵਿਵਹਾਰ ਕਰਦੇ ਹਾਂ। ਇਸੇ ਕਰਕੇ ਮਹਾਰਾਜ ਬਾਣੀ ਵਿੱਚ ਲਿਖ ਦਿੱਤਾ ਵੀ ਸੇਵਕ ਤਾਂ ਸਾਡਾ ਕੋਈ ਹੈ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਿਵਹਾਰ ਕਰਨ ਵਾਲੇ ਜ਼ਿਆਦਾ ਨੇ। ਵਿਵਹਾਰ ਦਾ ਕੀ ਹੁੰਦਾ ਹੈ? ਆਪਾਂ ਕਿਸੇ ਦੇ ਨਾਲ ਕਿਉਂ ਸੰਬੰਧ ਜੋੜਦੇ ਹਾਂ ਵੀ ਇਹ ਸਾਨੂੰ ਕੁਝ ਦਿੰਦਾ ਹੈ, ਉਹ ਵੀ ਸਾਡੇ ਨਾਲ ਤਾਂ ਜੁੜਦਾ ਵੀ ਇਹ ਬੰਦਾ ਮੇਰੇ ਕੋਈ ਕੰਮ ਆਉਂਦਾ ਹੈ, ਹੋਰ ਤੇ ਕੋਈ ਸੰਬੰਧ ਨਹੀਂ। ਜੇ ਆਪਣਾ ਉਹ ਵਿੱਚੋਂ ਜਿਹੜਾ ਦੇਣ ਲੈਣ ਵਾਲਾ ਵਿਵਹਾਰ ਟੁੱਟ ਜੇ ਤੇ ਸਕੇ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ। ਅਗਲਾ ਕਹਿੰਦਾ ਤੂੰ ਮੇਰੇ ਵਿਆਹ ਤੇ, ਤੂੰ ਸਾਡੇ ਫੰਕਸ਼ਨ ਤੇ ਆ ਕੇ ਕੀ ਦਿੱਤਾ ਹੈ, ਤੂੰ ਤਾਂ ਸਾਡਾ ਵੀ ਨਹੀਂ ਮੋੜਿਆ। ਟੁੱਟ ਜਾਂਦੀਆਂ ਰਿਸ਼ਤੇਦਾਰੀਆਂ। ਬਲਕਿ ਜਿਹੜਾ ਮਾਂ ਪਿਓ ਨੇ ਜੰਮਿਆ ਮਨੁੱਖ ਉਹਨਾਂ ਨਾਲੋਂ ਵੀ ਟੁੱਟ ਜਾਂਦਾ। ਕਹਿੰਦਾ ਤੁਸੀਂ ਮੇਰੇ ਵਾਸਤੇ ਕੀਤਾ ਕੀ ਹੈ। ਕੇਵਲ ਦੇਣ ਲੈਣ ਦਾ ਸੰਬੰਧ, ਜਦੋਂ ਇਹੀ ਸੰਬੰਧ ਆਪਾਂ ਗੁਰੂ ਨਾਲ ਜੋੜ ਲੈਂਦੇ ਹਾਂ ਤੇ ਆਪਾਂ ਵਪਾਰੀ ਬਣ ਜਾਂਦੇ ਹਾਂ, ਵਿਵਹਾਰੀ ਬਣ ਜਾਂਦੇ ਹਾਂ, ਫਿਰ ਸੇਵਕ ਨਹੀਂ ਰਹਿੰਦੇ। ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਿਵਹਾਰੀ ਬੰਦੇ ਦਾ ਪ੍ਰੇਮ ਨਹੀਂ ਹੁੰਦਾ, ਉਹ ਤੇ ਵਿਵਹਾਰ ਕਰਕੇ ਕਹਿੰਦਾ ਵੀ ਮੈਂ ਤੁਹਾਡਾ ਬੜਾ ਪ੍ਰੇਮੀ ਹਾਂ, ਤੁਸੀਂ ਬੜੇ ਬੜੇ ਪ੍ਰੇਮੀ ਹੋ, ਪਰ ਜਦੋਂ ਕੁਝ ਨਾ ਮਿਲਿਆ ਉਦੋਂ ਹੀ ਪ੍ਰੇਮ ਟੁੱਟ ਜਾਂਦਾ ਹੈ। ਉਹ ਨਕਲੀ ਪ੍ਰੇਮ ਹੁੰਦਾ ਹੈ। ਤਾਂ ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਸਚਿਆਰ ਕਿਵੇਂ ਹੋਵੇ, ਮਨੁੱਖ ਉੱਤਮ ਕਿਵੇਂ ਹੋਵੇ, ਉਹ ਇੱਥੇ ਮਹਾਰਾਜ ਜੀ ਨੇ ਵਿਧੀ ਦੱਸੀ ਹੈ ਕਿ ਉਹ ਬਾਹਰਲੇ ਕਰਮ ਉਸ ਕਾਂਡ ਉਸ ਤਰ੍ਹਾਂ ਦੇ ਛੱਡ ਕੇ ਤੁਸੀਂ ਇਸ ਮਾਰਗ ਤੇ ਚੱਲੋਗੇ ਤੇ ਪਵਿੱਤਰ ਹੋ ਜਾਵੋਗੇ, ਪਾਵਨ ਹੋ ਜਾਵੋਗੇ, ਜਿਸ ਵਾਸਤੇ ਇਹ ਮਨੁੱਖਾ ਦੇਹੀ ਮਿਲੀ ਹੈ। ਜੇਕਰ ਨਹੀਂ ਤੇ ਫਿਰ ਤੁਹਾਨੂੰ ਜਿਹੜਾ ਹੈ ਉਹ ਜੀਵਨ ਕਦੇ ਪਾਵਨ ਪਵਿੱਤਰ ਨਹੀਂ ਹੋਵੇਗਾ ਤੇ ਖੁਆਰ ਹੁੰਦੇ ਰਹੋਗੇ। ਜਿਹੜੇ ਲਕਸ਼ ਵਾਸਤੇ ਜੀਵਨ ਮਿਲਿਆ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ, ਉਹ ਸੁੱਚੇ ਹੋ ਜਾਂਦੇ ਨੇ, ਉਹ ਪਾਵਨ ਹੋ ਜਾਂਦੇ ਨੇ। ਪਰ ਉਹ ਪਾਵਨ ਕਿਵੇਂ ਹੋਣਗੇ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਕਰ ਰਹੇ ਨੇ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ। ਮਾਘ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ
ਮੱਜਣ ਕਹੀਏ ਇਸ਼ਨਾਨ। ਇਹ ਸ਼ਬਦ ਇੱਥੇ 2 ਵਾਰੀ ਆਇਆ ਹੈ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮੱਜਣ ਦਾ ਮੈਨੇ ਵੀ ਇਸ਼ਨਾਨ ਹੀ ਹੈ, ਔਰ ਇਸ਼ਨਾਨ ਦਾ ਮਤਲਬ ਵੀ ਇਸ਼ਨਾਨ ਹੈ। ਇੱਕ ਇਸ਼ਨਾਨ ਹੈ ਸਾਡੇ ਸਰੀਰ ਦਾ ਤੇ ਇੱਕ ਇਸ਼ਨਾਨ ਹੈ ਸਾਡੇ ਮਨ ਦਾ। 2 ਵਾਰੀ ਸ਼ਬਦ ਤਾਂ ਮਹਾਰਾਜ ਵਰਤਿਆ ਹੈ। ਸਰੀਰ ਦਾ ਇਸ਼ਨਾਨ ਵੀ ਜ਼ਰੂਰੀ ਹੈ। ਕੱਲਾ ਮਾਘ ਦਾ ਮਹੀਨਾ ਇਸ਼ਨਾਨ ਨਹੀਂ ਕਰਨਾ। ਕਈ ਲੋਕ ਨਾ ਮਾਘ ਦਾ ਮਹੀਨਾ ਸਾਰਾ ਇਸ਼ਨਾਨ ਕਰਕੇ ਕਹਿੰਦੇ ਗੁਰਦੁਆਰੇ ਹਾਜ਼ਰੀ ਭਰਨੀ ਹੈ। ਤੂੰ ਹਰ ਰੋਜ਼ ਆਪਣੇ ਜੀਵਨ ਦੇ ਵਿੱਚ ਇਸ਼ਨਾਨ ਕਰਨਾ ਹੈ। ਸਰੀਰ ਨੂੰ ਸਵਸਥ ਰੱਖਣ ਵਾਸਤੇ, ਸਰੀਰ ਨੂੰ ਠੀਕ ਰੱਖਣ ਵਾਸਤੇ ਇਸ਼ਨਾਨ ਦੀ ਕਿਰਿਆ ਜ਼ਰੂਰੀ ਹੈ। ਦੂਸਰਾ ਹੈ ਮਨ ਦਾ ਇਸ਼ਨਾਨ। ਮਨ ਦਾ ਇਸ਼ਨਾਨ ਕਿਵੇਂ ਹੋਵੇਗਾ? ਉਹ ਹੈ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਹੋ ਜਾ, ਨਿਮਰਤਾ ਨਾਲ ਸੇਵਾ ਕਰ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੁਆਰਾ ਮਹਾਰਾਜ ਫੁਰਮਾਨ ਕਰਦੇ ਨੇ ਕਿ ਸਾਧੂਆਂ ਦਾ ਸੰਗ ਕਰ। ਇਹੀ ਸਭ ਤੋਂ ਵੱਡਾ ਇਸ਼ਨਾਨ ਹੈ। ਗੁਰਮੁਖਾਂ ਦੀ ਸੰਗਤ ਕਰਿਆ ਕਰ, ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ, ਭਾਵ ਸੇਵਾ ਕਰ। ਜਿਵੇਂ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਹਨ, ਕਹਿੰਦੇ ਤੂੰ ਨਾਮ ਜਪ ਬੰਦਗੀ ਕਰ ਤੇ ਨਾਲ ਗੁਰਸਿੱਖਾਂ ਦੀ ਸੇਵਾ ਕਰਿਆ ਕਰ। 5 ਵਾਰ ਗੰਗ ਜਾਏ ਬਾਰ 5 ਪ੍ਰਾਗ ਨਹਾਏ, ਤੈਸਾ ਪੁਨ ਏਕ ਗੁਰ ਸਿੱਖ ਕੋ ਨਿਭਾਏ ਕਾ। ਕੋਈ 5 ਵਾਰੀ ਗੰਗਾ ਤੇ ਜਾਵੇ ਇਸ਼ਨਾਨ ਕਰਨ ਵਾਸਤੇ, ਜਦੋਂ ਮੇਲਾ ਹੁੰਦਾ ਉੱਥੇ ਪ੍ਰਾਗਰਾਜ, ਤੇ ਕੋਈ ਪ੍ਰਾਗਰਾਜ ਜਾਵੇ 5 ਵਾਰੀ ਜਾਵੇ, ਪਰ ਉਹਦੇ ਨਾਲੋਂ ਵੀ ਵੱਡਾ ਮਹਾਤਮ ਹੈ ਕਿਸੇ ਗੁਰਸਿੱਖ ਦੀ ਸੇਵਾ ਕਰਨੀ। 5 ਵਾਰ ਗੰਗ ਜਾਏ ਬਾਰ 5 ਪ੍ਰਾਗ ਨਹਾਏ, ਤੈਸਾ ਪੁਨ ਏਕ ਗੁਰ ਸਿੱਖ ਕੋ ਨਿਭਾਏ ਕਾ। ਸਿੱਖ ਕੋ ਪਿਲਾਏ ਪਾਣੀ ਭਾਓ ਕਰ, ਕੁਰ ਖੇਤ ਅਸਮੇਧ ਫਲ ਸਿੱਖ ਕੋ ਜਿਵਾਏ ਕਾ। ਕਹਿੰਦੇ ਸਿੱਖ ਨੂੰ ਪਾਣੀ ਪਿਆਇਆ ਪਿਆਰ ਦੇ ਨਾਲ, ਤੇ ਉਹਦਾ ਫਲ ਜਿਹੜਾ ਹੈ ਕੁਰੂਕਸ਼ੇਤਰ ਦੀ ਧਰਤੀ ਤੇ ਦਾਨ ਕਰਨ ਦਾ ਬੜਾ ਵੱਡਾ ਮਹਾਤਮ ਦੱਸਿਆ ਗਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹਾ ਤੁਸੀਂ ਉੱਥੇ ਦਾਨ ਕਰ ਲਿਆ, ਜਿਹਾ ਕਿਸੇ ਨੂੰ ਪਾਣੀ ਪਿਆਤਾ ਸਿੱਖ ਨੂੰ, ਤੇ ਉਹਦਾ ਮਹਾਤਮ ਫਿਰ ਵੀ ਵੱਡਾ ਹੈ। ਪਾਣੀ ਪਿਆਏ ਦਾ ਮਹਾਤਮ ਫਿਰ ਵੀ ਵੱਡਾ ਹੈ। ਤੇ ਜਿਹੜਾ ਸਿੱਖ ਨੂੰ ਲੰਗਰ ਛਕਾ ਦਿੱਤਾ, ਅਸਮੇਧ ਜਗ ਜਿੰਨਾ ਇਹਦਾ ਮਹਾਤਮ ਹੈ। ਅਸਮੇਧ ਜਗ, ਗੋਮੇਧ ਜਗ, ਗੈਂਡਾ ਜਗ, ਇਹ ਜਗ ਹੁੰਦੇ ਸੀ ਪਹਿਲਾਂ। ਬਾਣੀ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਗੈਂਡਾ ਮਾਰ ਹੋਮ ਜਗ ਕੀਏ, ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਇਸ ਤਰ੍ਹਾਂ। ਅਸਮੇਧ ਜਗ ਹਰ ਕੋਈ ਬੰਦਾ ਨਹੀਂ ਕਰ ਸਕਦਾ, ਵੱਡੇ ਵੱਡੇ ਰਾਜੇ ਕਰਦੇ ਸੀ। ਘੋੜੇ ਨੂੰ ਮਾਰ ਕੇ ਉਹਦੀ ਸੀਨੇ ਦੀ ਮਿੱਝ ਕੱਢ ਕੇ ਉਹ ਵਿੱਚ ਚਰਬੀ ਪਾ ਕੇ ਤੇ ਹਵਨ ਦੇ ਜਗ ਕੀਤਾ ਜਾਂਦਾ ਸੀ। ਬਹੁਤ ਵੱਡਾ ਜਗ, ਉਹਦੇ ਤੇ ਬਹੁਤ ਵੱਡਾ ਖਰਚਾ ਆਉਂਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਕਿਸੇ ਸਿੱਖ ਨੂੰ ਬੰਦਗੀ ਵਾਲੇ ਨੂੰ ਲੰਗਰ ਛਕਾਓਗੇ ਤੇ ਇੰਨਾ ਵੱਡਾ ਮਹਾਤਮ ਅਸਮੇਧ ਜਗ ਤੋਂ ਵੀ ਜ਼ਿਆਦਾ। ਤੀਸਰਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਸਤ ਮੰਦਰ ਕੰਚਨ ਕੇ ਉਚਾਰ ਦੀਨੇ, ਤੈਸਾ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਇਹ 7 ਸ਼ਬਦ ਅਰਬੀ ਫਾਰਸੀ ਦਾ, ਇਹਦਾ ਭਾਵ ਹੈ 100 ਮੰਦਰ ਕੋਈ ਸੋਨੇ ਦੇ ਬਣਾ ਕੇ ਦਾਨ ਕਰੇ। ਇੱਕ ਪਾਸੇ ਕਿਸੇ ਨੂੰ ਆਪਾਂ ਸ਼ਬਦ ਸਿਖਾ ਦਈਏ, ਬਾਣੀ ਸਿਖਾ ਦਈਏ, ਇੱਕ ਸ਼ਬਦ ਵੀ ਸਿਖਾ ਦਈਏ ਨਾ ਬਾਣੀ ਦਾ, ਤੇ ਮੰਨ ਲਓ 100 ਮੰਦਰ ਸੋਨੇ ਦੇ ਦਾਨ ਕਰਕੇ ਤੁਸੀਂ ਦੇ ਦਿੱਤੇ ਨੇ, ਉਦੋਂ ਤੋਂ ਵੱਡਾ ਮਹਾਤਮ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਜੈਸੇ 7 ਮੰਦਰ ਕੰਚੜ ਕੇ ਉਸਾਰ ਦੀਨੇ, तैसा सिख को एक शब्द सिखाएगा। जैसे 20 बार दर्शन साधु किया काहू,
ਤੈਸਾ ਪੁਨ ਸਿੱਖ ਕੋ ਪਾਗ ਚਾਪ ਸੁਹਾਏਗਾ। ਕੋਈ 20 ਵਾਰੀ ਕਿਸੇ ਪੁਗੇ ਹੋਏ ਸਾਧੂ ਦੇ ਦਰਸ਼ਨ ਕਰੇ, ਕਹਿੰਦੇ ਉਹਦੇ ਨਾਲੋਂ ਵੀ ਵੱਡਾ ਮਹਾਤਮ ਹੈ ਕਿਸੇ ਸਿੱਖ ਦੀ ਥਕਾਵਟ ਹੋ ਗਈ ਸਰੀਰ ਨੂੰ, ਉਹਨੂੰ ਘੁੱਟ ਦੇਣਾ, ਮੁੱਠੀ ਚਾਪੀ ਕਰ ਦੇਣੀ, ਉਹਦੀ ਥਕਾਵਟ ਦੂਰ ਕਰ ਦੇਣੀ ਸੇਵਾ ਕਰਕੇ। ਇੰਨਾ ਵੱਡਾ ਮਹਾਤਮ ਇਹ ਮਹਾਰਾਜ ਦੱਸ ਰਹੇ ਨੇ। ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਸ ਤਰ੍ਹਾਂ ਦਾ ਇਸ਼ਨਾਨ ਤੂੰ ਆਪਣੇ ਜੀਵਨ ਵਿੱਚ ਕਰ ਕਿ ਨਾਮ ਜਪਣ ਵਾਲਿਆਂ ਦੀ ਸੇਵਾ ਕਰਿਆ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਕੱਲੀ ਸੇਵਾ ਹੀ ਨਹੀਂ ਕਰਨੀ, ਵਾਹਿਗੁਰੂ ਦਾ ਨਾਮ ਧਿਆਉਣਾ ਕਰ। ਪਹਿਲਾਂ ਆਪ ਜਪਿਆ ਕਰ, ਨਾਮ ਦੀ ਮਹਿਮਾ ਨੂੰ ਸੁਣ ਤੇ ਫਿਰ ਨਾਮ ਹੋਰਾਂ ਨੂੰ ਵੀ ਜਪਾਇਆ ਕਰ, ਹੋਰਾਂ ਨੂੰ ਵੀ ਜੋੜਨਾ ਹੈ। ਜਿਵੇਂ ਮਨੁੱਖ ਕੋਈ ਵੀ ਕੰਮ ਕਰਦਾ ਸੰਸਾਰ ਦੇ ਵਿੱਚ, ਜਦੋਂ ਉਹ ਸਫਲ ਹੁੰਦਾ ਤੇ ਹੋਰਾਂ ਨੂੰ ਵੀ ਉਸ ਪਾਸੇ ਜੋੜਦਾ, ਭਾਈ ਇਹ ਕੰਮ ਕਰੋ, ਉਹਦੇ ਵਿੱਚ ਫਿਰ ਹੋਰ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਧਿਆ, ਆਪ ਨਾਮ ਦੀ ਮਹਿਮਾ ਨੂੰ ਸੁਣ ਤੇ ਸਾਰਿਆਂ ਨੂੰ ਨਾਮ ਦਾ ਦਾਨ ਕਰ, ਭਾਵ ਨਾਮ ਨਾਲ ਜੋੜਨਾ ਕਰ। ਨਾਮ ਆਪਾਂ ਵੇਖੋ ਜਦੋਂ ਕਿਤੇ ਮਿਲਦੇ ਦੋਸਤ ਮਿੱਤਰ ਪਰਿਵਾਰ ਵਿੱਚ, ਆਪਾਂ ਸੰਸਾਰ ਦੀਆਂ ਗੱਲਾਂ ਬਹੁਤ ਕਰਦੇ ਹਾਂ, ਪਰਿਵਾਰ ਦੀਆਂ ਗੱਲਾਂ ਬਹੁਤ ਕਰਦੇ ਹਾਂ, ਨਿਰੰਕਾਰ ਦੀਆਂ ਨਹੀਂ ਕਰਦੇ। ਤੁਹਾਡਾ ਕਾਰੋਬਾਰ ਕਿਵੇਂ ਹੈ, ਤੁਹਾਡੇ ਬੱਚੇ ਕਿਵੇਂ ਨੇ, ਮਾੜੀ ਗੱਲ ਨਹੀਂ ਹੈ, ਪੁੱਛਣਾ ਚਾਹੀਦਾ ਹੈ। ਪਰ ਇਹ ਵੀ ਪੁੱਛਣਾ ਚਾਹੀਦਾ ਵੀ ਤੁਸੀਂ ਨਿਤਨੇਮ ਕਿੰਨਾ ਕਰਦੇ ਹੋ, ਬਾਣੀ ਕਿੰਨੀ ਪੜ੍ਹਦੇ ਹੋ, ਨਾਮ ਕਿੰਨਾ ਜਪਦੇ ਹੋ, ਸੇਵਾ ਕਿੰਨੀ ਕਰਦੇ ਹੋ। ਇਹ ਆਪਾਂ ਕਦੇ ਨਹੀਂ ਪੁੱਛਦੇ, ਆਪਾਂ ਬਸ ਪਰਿਵਾਰ ਤੱਕ ਸੀਮਤ ਹਾਂ। ਮਹਾਰਾਜ ਕਹਿੰਦੇ ਜਿੱਥੇ ਵੀ ਜਾਣਾ ਹੈ, ਜਿੱਥੇ ਜਾਏ ਬਈਏ ਭਲਾ ਕਹੀਏ। ਭਲੀ ਗੱਲ ਇਹੀ ਹੈ, ਨਾਮ ਦੀ ਸਿਮਰਨ ਦੀ ਬੰਦਗੀ ਦੀ ਗੱਲ ਕੀਤੀ ਜਾਵੇ। ਆਪ ਜਪੋ ਤੇ ਹੋਰਾਂ ਨੂੰ ਵੀ ਨਾਮ ਦੇ ਨਾਲ ਜੋੜਨਾ ਹੈ, ਬਾਣੀ ਦੇ ਨਾਲ ਜੋੜਨਾ ਹੈ, ਸ਼ਬਦ ਦੇ ਨਾਲ ਜੋੜਨਾ ਹੈ। ਅੱਜ ਤੇ ਇਹ ਗੱਲ ਆ ਗਈ ਕਿ ਮਨੁੱਖ ਆਪਣੇ ਪਰਿਵਾਰ ਨੂੰ ਵੀ ਬਾਣੀ ਨਹੀਂ ਸਿਖਾਉਣੀ ਚਾਹੁੰਦਾ। ਆਪਾਂ ਵੇਖੋ ਆਪਣੇ ਬੱਚਿਆਂ ਨੂੰ ਕਿੰਨੇ ਮਹਿੰਗੇ ਮਹਿੰਗੇ ਸਕੂਲਾਂ 'ਚ ਪਾਉਂਦੇ ਹਾਂ, ਕਿੰਨੀ ਕਿੰਨੀ ਫੀਸ ਭਰਦੇ ਹਾਂ, ਤੇ ਕਦੇ ਆਪਾਂ ਆਪਣੇ ਬੱਚੇ ਨੂੰ ਆਪਾਂ ਅੱਧਾ ਘੰਟਾ ਵੀ ਉਹਨੂੰ ਇਹ ਨਹੀਂ ਕਹਿੰਦੇ ਤੂੰ ਗੁਰਦੁਆਰੇ ਜਾ ਕੇ ਪਾਠ ਸਿੱਖ ਲੈ, ਬਾਣੀ ਸਿੱਖ ਲੈ। ਕਦੇ ਕਿਹਾ? ਉਹਨੂੰ ਸਕੂਲ ਭੇਜਿਆ, ਉੱਥੇ ਵੀ ਇੰਨੀ ਫੀਸ ਭਰੀ, ਸਕੂਲੋਂ ਆਇਆ ਤੇ ਉਹਨੂੰ ਚਾਹ ਪਾਣੀ ਪਿਆ ਕੇ ਉਹਨੂੰ ਕਹਿੰਦੇ ਚੱਲ ਟਿਊਸ਼ਨ ਤੇ, ਉੱਥੇ ਵੀ ਫੀਸ ਭਰੀ। ਅੱਜ ਸੰਸਾਰ ਰੋਗੀ ਹੋ ਰਿਹਾ, ਦੁਖੀ ਹੋ ਰਿਹਾ, ਕਾਰਨ ਅਸੀਂ ਕੇਵਲ ਸੰਸਾਰ ਨਾਲ ਜੁੜ ਗਏ। ਵੇਖੋ ਮਹਾਰਾਜ ਨੇ ਇਹ ਨਹੀਂ ਕਿਹਾ ਸੰਸਾਰ ਦਾ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਪਹਿਲਾਂ ਸੰਸਾਰ ਦੀ ਕਿਰਤ ਕਰੋ, ਸੰਸਾਰ ਦੀ ਵਿੱਦਿਆ ਲਾਜ਼ਮੀ, ਉਹ ਵੀ ਜ਼ਰੂਰੀ ਹੈ। ਸਾਨੂੰ ਮਹਾਰਾਜ ਨੇ ਸਭ ਤੋਂ ਵਧੀਆ ਸੌਖਾ ਧਰਮ ਦਿੱਤਾ ਹੈ ਵੀ ਤੁਸੀਂ ਸੰਸਾਰ ਵਿੱਚ ਵੀ ਰਹਿਣਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਪਹਿਨੰਦਿਆਂ ਖੇਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਪਰ ਆਪਾਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ? ਆਪਾਂ ਤੇ ਆਪ ਨਹੀਂ ਬਾਣੀ ਨਾਲ ਜੁੜੇ। ਫਿਰ ਕਹਿੰਦੇ ਆ ਬੱਚੇ ਕਹਿਣਾ ਨਹੀਂ ਮੰਨਦੇ, ਫਿਰ ਜਦੋਂ ਬਿਪਤਾ ਪੈਂਦੀ ਫਿਰ ਭੱਜਦੇ ਆ ਗੁਰੂ ਵੱਲ, ਫਿਰ ਅਰਦਾਸਾਂ ਕਰਾ ਤੇ ਕੁਝ ਕਰ, ਪਾਠ ਕਰ ਤੇ ਪਾਠ ਕਰਾ, ਫਿਰ ਆਨੇ ਆ ਵੀ ਹੁਣ ਤੂੰ ਬਾਂਹ ਫੜ। ਜੇਕਰ ਆਪਾਂ ਬਚਪਨ ਵਿੱਚ ਹੀ ਬੱਚੇ ਨੂੰ ਬਾਣੀ ਨਾਲ ਜੋੜ ਦਈਏ ਤੇ ਸਾਨੂੰ ਇਹ ਕਰਨ ਦੀ ਲੋੜ ਨਹੀਂ ਰਹੇਗੀ, ਅਰਦਾਸਾਂ ਕਰਾਉਣ ਦੀ, ਪਾਠ ਕਰਾਉਣ ਦੀ ਲੋੜ ਨਹੀਂ ਰਹੇਗੀ। ਕਿਉਂ? ਸਾਡਾ ਬੱਚਾ ਬਾਣੀ ਨਾਲ ਜੁੜਿਆ, ਉਹਨੇ ਚੜ੍ਹਦੀ ਕਲਾ 'ਚ ਰਹਿਣਾ ਹੈ। ਉਹ ਆਪ ਨਿਤਨੇਮ ਰੋਜ਼ ਕਰੇਗਾ। ਜਿੱਥੇ ਬਾਣੀ ਚਲਦੀ ਹੈ, ਬਾਣੀ ਮਹਾਰਾਜ ਨੇ ਕਿਹਾ ਤਾਂ ਨਾਨਕ ਨਾਮ ਚੜ੍ਹਦੀ ਕਲਾ, ਜਿੱਥੇ ਨਾਮ ਹੈ ਉੱਥੇ ਚੜ੍ਹਦੀ ਕਲਾ ਸਦਾ ਹੀ, ਉੱਥੇ ਢੈਂਡੀ ਕਲਾ ਹੋ ਹੀ ਨਹੀਂ ਸਕਦੀ। ਬਾਣੀ ਰੱਖਿਆ ਆਪੇ ਕਰੇਗੀ। ਪਰ ਆਪਾਂ ਉਧਰੋਂ ਤਾਂ ਤੋੜਤਾ, ਬਿਲਕੁਲ ਇੱਕ ਪਾਸੇ ਕਰ ਦਿੱਤਾ, ਤੇ ਫਿਰ ਜਦੋਂ ਬਿਪਤਾ ਪੈਂਦੀ ਫਿਰ ਭੱਜਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਦੇ ਨਾਲ ਜੁੜੋ, ਸੰਸਾਰ ਦੀ ਕਿਰਤ ਵਿਰਤ ਵੀ ਕਰੋ, ਨੌਕਰੀ ਵੀ ਕਰੋ, ਚਾਕਰੀ ਵੀ ਕਰੋ, ਖੇਤੀਬਾੜੀ ਵੀ ਕਰੋ, ਪਰ ਨਾਲ ਆਪਣਾ ਇਹ ਵੀ ਭਾਵੇਂ ਥੋੜ੍ਹਾ ਜਿਹਾ ਸਮਾਂ
ਰੋਜ਼ ਹਰ ਇੱਕ ਮਨੁੱਖ ਨੂੰ ਜਦੋਂ ਆਪਾਂ ਬੱਚੇ ਨੂੰ ਬਚਪਨ ਵਿੱਚ ਲਾਵਾਂਗੇ ਨਾ, ਐਸੇ ਵੀ ਬੰਦੇ ਹਨ ਦੇਖੇ ਨੇ, ਉਹ ਬੈਂਕਾਂ ਵਿੱਚ ਲੱਗੇ ਨੇ ਜਾਂ ਵੱਡੇ ਵੱਡੇ ਦਫ਼ਤਰਾਂ ਵਿੱਚ, ਪਰ ਉਹਨਾਂ ਦਾ ਬਚਪਨ ਵਿੱਚ ਉਹਨਾਂ ਨੂੰ ਬਾਣੀ ਮਿਲ ਗਈ ਤੇ ਉਹਨਾਂ ਦਾ ਨਿਤਨੇਮ ਸੁਣ ਕੇ ਹੈਰਾਨ ਹੋ ਜਾਈਦਾ ਵੀ ਕੋਈ 20 ਬਾਣੀਆਂ ਪੜ੍ਹਦਾ ਹੈ, ਕੋਈ 25 ਪਾਠ ਜਪਜੀ ਸਾਹਿਬ ਦੇ ਕਰਦਾ ਹੈ, ਬੇਅੰਤ ਬਾਣੀ ਦਾ ਪਾਠ, ਸਰਕਾਰੀ ਅਹੁਦਿਆਂ ਤੇ ਵੱਡੇ ਵੱਡਿਆਂ ਤੇ ਬੈਠੇ, ਨਿਤਨੇਮ ਬੜਾ, ਜਾਂਦਿਆਂ ਆਉਂਦਿਆਂ ਨਿਤਨੇਮ ਕਰਦੇ ਨੇ ਤੇ ਚੜ੍ਹਦੀ ਕਲਾ ਵੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਵੀ ਕਰ ਰਹੇ ਨੇ, ਕਿਉਂਕਿ ਬਚਪਨ ਵਿੱਚ ਮਾਂ ਪਿਓ ਨੇ ਬਾਣੀ ਨਾਲ ਜੋੜਤਾ ਤੇ ਜੀਵਨ ਵਿੱਚ ਤਰੱਕੀਆਂ ਨੇ, ਕਾਮਯਾਬੀਆਂ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਆਪ ਜਪੋ। ਆਪਾਂ ਹੋਰਾਂ ਨੂੰ ਤੇ ਬਾਅਦ ਜੋੜਾਂਗੇ, ਪਹਿਲਾਂ ਆਪਣੇ ਪਰਿਵਾਰ ਨੂੰ ਜੋੜ ਲਈਏ, ਆਪਣਾ ਪਰਿਵਾਰ ਹੀ ਇਕੱਲਾ ਸਾਂਭ ਲਈਏ। ਅੱਜ ਦੇ ਸਮੇਂ ਵਿੱਚ ਤੇ ਇੰਨਾ ਹੀ ਬੜਾ ਹੈ ਵੀ ਸਾਡੇ ਬੱਚੇ ਥੋੜ੍ਹਾ ਜਿਹਾ ਬਾਣੀ ਪੜ੍ਹਨ ਲੱਗ ਜਾਣ, ਨਾਮ ਜਪਣ ਲੱਗ ਜਾਣ, ਕਿਉਂਕਿ ਜਿਹੜਾ ਸਮਾਂ ਆ ਰਿਹਾ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਬੜਾ ਖਤਰਨਾਕ ਸਮਾਂ ਆ ਰਿਹਾ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਹੋਰ ਕਿਸੇ ਕਰਮ ਦੀ ਕੋਈ ਗੱਲ ਨਹੀਂ ਚੱਲਣੀ, ਨਾਮ ਨਹੀਂ ਬਚਾਉਣਾ ਹੈ। ਇਹ ਨਾਮ ਦੇ ਨਾਲ ਜੁੜ ਜਾਵੋ। ਦੋਏ ਪੌੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰੇ ਸੇ ਉਬਰੇ ਨਾਨਕ ਅਜਬ ਡਿਠ। ਮਹਾਰਾਜ ਕਹਿੰਦੇ ਐਸਾ ਸਮਾਂ, ਐਸੀ ਹਾਲਤ ਹੋ ਰਹੀ ਸੰਸਾਰ ਦੀ, ਜਿਵੇਂ ਚੱਕੀ ਦੇ 2 ਪੁੜ ਜੋੜ ਕੇ ਦਾਣੇ ਪੀਣ ਬਹਿੰਦੇ ਨੇ ਨਾ। ਅੱਜ ਕੱਲ੍ਹ ਮੋਟਰ ਨਾਲ ਚੱਲਦੀ, ਪੁੜ 2 ਹੀ ਲੱਗਦੇ ਨੇ ਉਹਨੂੰ ਵੀ। ਕਹਿੰਦੇ ਜਿਹੜੇ ਦਾਣੇ ਤਾਂ ਕਿੱਲੀ ਨਾਲ ਰਹਿ ਜਾਂਦੇ ਨੇ ਉਹ ਬਚ ਜਾਂਦੇ ਨੇ, ਬਾਕੀ ਜਿਹੜੇ ਪੁੜਾਂ ਦੇ ਥੱਲੇ ਆ ਜਾਂਦੇ ਨੇ ਉਹਨਾਂ ਮਲੀਆਂ ਮੇਟ ਹੋ ਜਾਂਦਾ, ਆਟਾ ਬਣ ਜਾਂਦਾ ਉਹਨਾਂ ਦਾ। ਜਿਹੜੇ ਤਾਂ ਨਾਮ ਦੀ ਕਿੱਲੀ ਨਾਲ ਜੁੜ ਗਏ ਉਹ ਤੇ ਬਚ ਜਾਣਗੇ, ਨਹੀਂ ਤੇ ਸਮਾਂ ਜਿਹੜਾ ਚੱਲ ਰਿਹਾ, ਇਹ ਕਾਲ ਇਹਨੂੰ ਕਿਹਾ, ਕਾਲ, ਇਹ ਕਾਲ ਨੇ ਦਰੜ ਕੇ ਰੱਖ ਦੇਣਾ, ਐਸਾ ਸਮਾਂ ਆ ਰਿਹਾ ਹੈ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿਠ। ਅਜਬ ਕਹਾਣੀ ਮਹਾਰਾਜ ਦੇਖੋ, ਕਹਿੰਦੇ ਜਿਵੇਂ ਦਾਣੇ ਜਿਹੜੇ ਉਹ ਜਿੱਥੇ ਦਾਣੇ ਪਾਉਂਦੇ, ਜਿਹੜੇ ਤਾਂ ਪੁੜਾਂ ਤੋਂ ਬਚ ਗਏ ਉਹ ਬਚ ਜਾਂਦੇ ਨੇ, ਕਿੱਲੀ ਕੋਲ ਜਿਹੜੇ ਰਹਿ ਗਏ ਬਾਕੀ ਦੜੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਨਾਮ ਦੀ ਕਿੱਲੀ ਨਾਲ ਜੁੜ ਗਏ, ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਉਹ ਤਾਂ ਬਚ ਗਏ, ਜਿਹੜੇ ਵਾਹਿਗੁਰੂ ਖੁਦਾ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਬਚ ਗਏ, ਨਹੀਂ ਤੇ ਦੜੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਜਪੋ ਤੇ ਹੋਰਾਂ ਨੂੰ ਵੀ ਨਾਮ ਨਾਲ ਜੋੜੋ। ਇਹਦਾ ਬੜਾ ਵੱਡਾ ਮਹਾਤਮ ਪ੍ਰਾਪਤ ਹੁੰਦਾ ਹੈ ਜੀਵ ਨੂੰ, ਦੂਜੇ ਨੂੰ ਨਾਮ ਨਾਲ ਜੋੜਨ ਦਾ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਦੋਂ ਤੁਸੀਂ ਸੰਗਤ ਕਰੋਗੇ ਸਾਧੂਆਂ ਦੀ, ਗੁਰਮੁਖਾਂ ਦੀ, ਤੇ ਨਾਮ ਜਪੋਗੇ, ਜਪਾਵੋਗੇ, ਤੁਹਾਨੂੰ ਲਾਭ ਕੀ ਹੈ? ਜਨਮਾਂ ਜਨਮਾਂ ਦੀ ਕਰਮਾਂ ਦੀ ਮੈਲ ਲੈ ਜਾਵੇਗੀ, ਹੰਕਾਰ ਨਹੀਂ ਹੋਵੇਗਾ ਬੰਦੇ ਨੂੰ। ਜਦੋਂ ਬੰਦਾ ਚੰਗੀ ਸੁਸਾਇਟੀ ਵਿੱਚ ਬੈਠਦਾ ਹੈ ਫਿਰ ਉਹ ਹੰਕਾਰ ਨਹੀਂ ਕਰਦਾ, ਕਿਉਂਕਿ ਉੱਥੇ ਵੇਖਦਾ ਵੀ ਇੱਕ ਤੋਂ ਇੱਕ ਵੱਧ ਤੋਂ ਵੱਧ ਹਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਨਮਾਂ ਜਨਮਾਂ ਦੀ ਕਰਮਾਂ ਦੀ ਮੈਲ ਲੱਗੀ ਹੈ। ਜਿਵੇਂ ਕੋਈ ਬੰਦਾ ਗਰੀਬ ਹੈ ਬਹੁਤ ਹੀ, ਉਹ ਗਰੀਬੀ ਵਿੱਚ ਬੜੇ ਦੁੱਖ ਭੋਗ ਰਿਹਾ ਹੈ, ਉਹਦਾ ਰਹਿਣ ਵਾਲਾ ਘਰ ਵੀ ਟੁੱਟਾ ਹੋਇਆ, ਪਾਟੇ ਹੋਏ ਕੱਪੜੇ ਨੇ, ਖਾਣ ਨੂੰ ਰੋਟੀ ਨਹੀਂ, ਭਾਂਡੇ ਘਰ ਦੇ ਵਿੱਚ ਨਹੀਂ, ਪੈਰਾਂ ਵਿੱਚ ਜੁੱਤੀ ਚੱਜਦੀ ਨਹੀਂ। ਉਹ ਬੰਦਾ ਕੀ ਕਰੇ? ਉਹ ਚੰਗਾ ਕੋਈ ਕਰਮ ਕਰਨ ਲੱਗ ਜੇ, ਕੋਈ ਪੜ੍ਹਾਈ ਕਰ ਲਵੇ, ਕੋਈ ਕਲਾ ਸਿੱਖ ਲੇ ਐਸੀ, ਤੇ ਉਹ ਕਲਾ ਸਿੱਖ ਕੇ ਚੰਗੇ ਬੰਦਿਆਂ ਵਿੱਚ ਜਾ ਕੇ ਆਪਣੀ ਕਲਾ ਦਿਖਾਵੇ, ਤੇ ਉਹ ਬੰਦੇ ਫਿਰ ਕੀ ਕਰਨਗੇ? ਉਹਨੂੰ ਉਹਦੇ ਗੁਣ ਵੇਖ ਕੇ ਉਹਨੂੰ ਕਹਿਣਗੇ ਤੂੰ ਸਾਡੇ ਕੋਲ ਰਹਿ, ਉਹਨੂੰ ਨਾਮ ਦੇਣਗੇ, ਨੌਕਰੀ ਦੇਣਗੇ। ਉਹੀ ਬੰਦਾ ਜਦੋਂ ਆਪਣੀ ਉਸ ਨੌਕਰੀ ਨੂੰ ਕਰੇਗਾ, ਉਸ ਕਲਾ ਨੂੰ ਹੋਰ ਵਧਾਵੇਗਾ, ਤੇ ਇੱਕ ਦਿਨ ਅਮੀਰ ਹੋ ਜਾਵੇਗਾ। ਗਰੀਬੀ ਦੇ ਜਿੰਨੇ ਤਰ੍ਹਾਂ ਦੇ ਦੁੱਖ ਨੇ ਉਹ ਸਾਰੇ ਜਿਹੜੇ ਉਹਦੇ ਗਲ ਪਏ ਹੋਏ ਸੀ ਉਹ ਸਾਰੀ ਮੈਲ ਲੈ ਜਾਵੇਗੀ, ਵਧੀਆ ਘਰ ਲੈ ਲਵੇਗਾ। ਆਪਾਂ ਵੇਖਿਆ ਕਈ ਐਸੇ ਪਹਿਲਾਂ ਬੜੇ ਗਰੀਬ ਹੁੰਦੇ ਸੀ, ਬੱਚਾ ਕੋਈ ਪੜ੍ਹ ਗਿਆ ਜਾਂ ਕੋਈ ਬੱਚਾ ਵਿਦੇਸ਼ ਵਿੱਚ ਚਲਾ ਗਿਆ, ਉਸ ਬੱਚੇ ਨੇ ਬੜਾ ਤਨ ਤੋੜ ਕੇ ਮਿਹਨਤ ਕੀਤੀ, ਬੜੀ ਭਾਰੀ ਮਿਹਨਤ ਕੀਤੀ, ਅੱਜ ਉਹ ਕਰੋੜਾਂ ਅਰਬਾਂ ਪਤੀ ਨੇ। ਆਉਣ ਵਾਲੀ ਜਨਰੇਸ਼ਨ ਦਾ ਵੀ ਭਲਾ ਹੋ ਗਿਆ, ਬੜੀ ਉਹਨੂੰ ਮਿਹਨਤ ਕਰਨੀ ਪਈ। ਇਸੇ ਤਰ੍ਹਾਂ ਅਸੀਂ ਕਰਮਾਂ ਦੀ ਮੈਲ ਨਾਲ ਦਬੇ ਹੋਏ ਹਾਂ।
ਜਦੋਂ ਬੰਦਗੀ ਕਰਾਂਗੇ, ਜਿੰਨੀ ਜ਼ਿਆਦਾ ਬੰਦਗੀ ਕਰਾਂਗੇ ਓਨਾ ਵੱਡਾ ਲਾਭ। ਵਿਦੇਸ਼ਾਂ ਵਿੱਚ ਜਾਓ ਤੁਸੀਂ, ਉੱਥੇ ਬੱਚੇ ਦਿਨ ਰਾਤ ਮਿਹਨਤ ਕਰਨ ਲੱਗੇ ਰਹਿੰਦੇ ਨੇ। ਇੱਥੇ ਨਹੀਂ ਕਰਦੇ। ਉੱਥੇ ਦਿਨ ਰਾਤ ਤੂੰ ਡਾਲਰ ਮਿਲਦੇ ਨੇ, ਇੰਨੀ ਮਾਇਆ ਮਿਲਦੀ ਹੈ, ਤੇ ਥੋੜ੍ਹੇ ਸਮੇਂ ਵਿੱਚ ਹੀ ਬੰਦਾ ਕਰੋੜਾਂਪਤੀ ਅਰਬਾਂਪਤੀ ਹੋ ਜਾਂਦਾ ਹੈ ਜਦੋਂ ਮਿਹਨਤ ਕਰਦਾ ਰੱਜ ਕੇ। ਜਿੰਨੀ ਉੱਥੇ ਜ਼ਿਆਦਾ ਮਿਹਨਤ ਕਰੋਗੇ ਓਨੇ ਛੇਤੀ ਅਮੀਰ ਹੋਵੋਗੇ। ਇਸੇ ਤਰ੍ਹਾਂ ਗੁਰਮੁਖੋ, ਜਿੰਨੀ ਜ਼ਿਆਦਾ ਬੰਦਗੀ ਕਰੋਗੇ ਓਨਾ ਵੱਡਾ ਮਹਾਤਮ ਜ਼ਿਆਦਾ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ, ਉੱਠਦਿਆਂ ਬਹਿੰਦਿਆਂ ਨਾਮ ਜਪੀ ਚੱਲ, ਬਾਣੀ ਪੜ੍ਹੀ ਚੱਲ। ਤੈਨੂੰ ਪਤਾ ਹੀ ਲੱਗਣਾ ਕਦੋਂ ਕਿਹੜੀਆਂ ਕਿਹੜੀਆਂ ਰਹਿਮਤਾਂ ਹੋ ਗਈਆਂ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਕਾਮ ਕ੍ਰੋਧ ਨਾ ਮੋਈ ਹੈ, ਬਿਨਸੈ ਲੋਭ ਸੁਆਨ। ਸਾਧੂ ਦੀ ਸੰਗਤ ਨੂੰ, ਸਾਰੇ ਬਚਨਾਂ ਨੂੰ ਯਾਦ ਰੱਖਣਾ। ਪਹਿਲੀ ਪੰਕਤੀ ਹੈ ਸਾਧੂ ਦਾ ਸੰਗ, ਸੇਵਾ। ਦੂਸਰਾ ਹੈ ਨਾਮ ਜਪਣਾ, ਬੰਦਗੀ ਕਰਨੀ ਹੈ। ਤੀਸਰਾ ਆ ਗਿਆ ਤੇਰੇ ਕਰਮਾਂ ਦੀ ਮੈਲ ਲੈ ਜਾਵੇਗੀ। ਤੇ ਜਦੋਂ ਕਰਮਾਂ ਦੀ ਮੈਲ ਲੈ ਗਈ, ਫਿਰ ਜਿਹੜੇ 5 ਵਿਕਾਰ ਨੇ ਇਹ ਤੈਨੂੰ ਸਤਾਣਗੇ ਨਹੀਂ। ਆਪਣੇ ਤੇ ਵਿਕਾਰ ਪਤਾ ਕਿਉਂ ਹਾਵੀ ਹੁੰਦੇ ਨੇ? ਕਿਉਂਕਿ ਸਾਡੇ ਕਰਮ ਮੈਲੇ ਨੇ। ਜੇਕਰ ਕਰਮ ਮੈਲੇ ਨੇ, ਬੰਦੇ ਨੂੰ ਰੋਗ ਕਿਉਂ ਲੱਗਦਾ ਹੈ? ਜਦੋਂ ਕੋਈ ਬੰਦਾ ਇਸ਼ਨਾਨ ਨਾ ਕਰੇ, ਮੈਲੇ ਕੱਪੜੇ ਪਾਵੇ, ਮੈਲਾ ਖਾਣਾ ਖਾਣ ਲੱਗ ਜਾਵੇ, ਤੇ ਉਹਨੂੰ ਰੋਗ ਲੱਗਣ ਲੱਗ ਜਾਏ, ਕੋਈ ਨਾ ਕੋਈ ਬਿਮਾਰੀ ਲੱਗ ਜਾਏ। ਗਲਤ ਥਾਂ ਤੇ ਬੈਠਣ ਲੱਗ ਪਿਆ ਕਰੇਗਾ, ਫਿਰ ਮਨ ਰੋਗੀ ਹੋ ਜਾਵੇਗਾ। ਮਨ ਨੂੰ ਫਿਰ ਕੌਣ ਆ ਕੇ ਚਿੰਬੜੇਗਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਮਹਾਰਾਜ ਕਹਿੰਦੇ ਐਸਾ ਸਿਸਟਮ ਹੈ। ਜਦੋਂ ਤੁਸੀਂ ਨਾਮ ਜਪੋਗੇ, ਸੰਗਤ ਕਰੋਗੇ, ਸੇਵਾ ਕਰੋਗੇ, ਕਰਮਾਂ ਦੀ ਮੈਲ ਲੈ ਗਈ, ਤੇ ਕਾਮ ਕ੍ਰੋਧ ਨਾ ਮੋਈਐ, ਬਿਨਸੈ ਲੋਭ ਸੁਆਨ। ਇਹ 5 ਵਿਕਾਰ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ। ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਜਿਵੇਂ ਹੁਣ ਦੇਖੋ, ਆਪਾਂ ਕਿਤੇ ਪ੍ਰਦੂਸ਼ਣ ਵਾਲੀ ਜਗ੍ਹਾ ਤੋਂ ਲੰਘਦੇ, ਆਪਾਂ ਆਪਣਾ ਮੂੰਹ ਢੱਕ ਲੈਂਦੇ ਹਾਂ। ਅੱਜ ਲੋਕ ਡਾਕਟਰ ਕਹਿ ਰਹੇ ਨੇ ਆਪਣਾ ਮੂੰਹ ਕਵਰ ਕਰਕੇ ਰੱਖੋ। ਕਿਤੇ ਆਪਾਂ ਹਨੇਰੀ ਚੱਲ ਰਹੀ, ਅੱਖਾਂ ਤੇ ਜਿਹੜਾ ਚਸ਼ਮਾ ਲਾ ਲੈਂਦੇ ਹਾਂ, ਆਪਣੇ ਆਪ ਨੂੰ ਕਵਰ ਕਰ ਲੈਂਦੇ ਹਾਂ। ਕਿਉਂ? ਬਿਮਾਰੀ ਦੇ ਕੀਟਾਣੂ ਸਾਡੇ ਅੰਦਰ ਨਾ ਜਾਣ। ਇਸੇ ਤਰ੍ਹਾਂ ਜਦੋਂ ਆਪਾਂ ਸੰਗਤ ਕਰਾਂਗੇ, ਬਾਣੀ ਦਾ ਅਭਿਆਸ ਰੱਖਾਂਗੇ, ਤਾਂ ਇਹ ਵਿਕਾਰ ਸਾਡੇ ਤੇ ਹਾਵੀ ਨਹੀਂ ਹੋਣਗੇ। ਜਦੋਂ ਇਹ ਵਿਕਾਰ ਹਾਵੀ ਹੁੰਦੇ ਨੇ, ਫਿਰ ਮਨੁੱਖ ਪਾਪ ਕਰਮ ਕਰਦਾ ਹੈ। ਹੋਰ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਇਹ ਹੈ ਸੱਚ ਦਾ ਮਾਰਗ, ਜਿਸ ਤੇ ਚੱਲ ਕੇ ਮਨੁੱਖ ਨੇ ਪਵਿੱਤਰ ਹੋਣਾ ਹੈ। ਉਹ ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ। ਗੁਰਬਾਣੀ ਦਾ ਉਪਦੇਸ਼ ਕੱਲਾ ਸਿੱਖ ਨੂੰ ਨਹੀਂ ਹੈ। ਇੱਥੇ ਮਹਾਰਾਜ ਨੇ ਕਿਸੇ ਦਾ ਨਾਂ ਨਹੀਂ ਲਿਆ। ਕੋਈ ਵੀ ਮਨੁੱਖ ਜਦੋਂ ਇਸ ਸੱਚ ਦੇ ਮਾਰਗ ਤੇ ਚੱਲੇਗਾ, ਪਹਿਲਾ ਕਿਹੜਾ ਹੈ? ਸਾਧੂਆਂ ਦੀ ਸੰਗਤ, ਗੁਰੂ ਦੀ ਸੰਗਤ। ਫਿਰ ਨਾਮ ਜਪਣਾ ਤੇ ਜਪਾਉਣਾ। ਕਰਮਾਂ ਦੀ ਮੈਲ ਲੈ ਜਾਵੇਗੀ, ਵਿਕਾਰ ਹਾਵੀ ਨਹੀਂ ਹੋਵਣਗੇ। ਜਦੋਂ ਵਿਕਾਰ ਹਾਵੀ ਨਾ ਹੋਏ, ਫਿਰ ਉਹ ਸੱਚ ਦੇ ਮਾਰਗ ਤੇ ਚੱਲੇਗਾ। ਇਹੀ ਸੱਚ ਦਾ ਮਾਰਗ ਹੈ। ਤੇ ਜਦੋਂ ਸੱਚ ਦੇ ਮਾਰਗ ਤੇ ਚੱਲੋਗੇ, ਤੁਹਾਡੀ ਦੁਨੀਆ ਉਸਤਤ ਕਰੇਗੀ। ਇੱਕ ਬੱਚਾ ਬੜੀ ਪੜ੍ਹਾਈ ਕਰ ਰਿਹਾ, ਲੋਕਾਂ ਦਾ ਕੁਝ ਨਹੀਂ ਸਵਾਰ ਰਿਹਾ, ਤੇ ਲੋਕ ਕਹਿੰਦੇ ਨੇ ਬੱਚਾ ਬੜਾ ਲਾਇਕ ਹੈ, ਉਸਤਤ ਕਰਦੇ ਨੇ, ਮਾਂ ਪਿਓ ਦੀ ਉਸਤਤ ਕਰਦੇ ਨੇ। ਇੱਕ ਬੱਚਾ ਬਦਫੈਲੀਆਂ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਲੋਕਾਂ ਦਾ ਕੁਝ ਨਹੀਂ ਵਿਗਾੜ ਰਿਹਾ, ਪਰ ਦੁਨੀਆ ਕਹਿੰਦੇ ਨੇ ਇਹ ਕਿਉਂ ਜੰਮ ਪਿਆ ਆਪਣੇ ਮਾਂ ਪਿਓ ਦੇ ਘਰ, ਉਹਨਾਂ ਦੇ ਨਾਂ ਨੂੰ ਵੀ ਬਦਨਾਮ ਕਰ ਰਿਹਾ ਹੈ। ਸੱਚ ਦੇ ਮਾਰਗ ਤੇ ਚੱਲਦਿਆਂ ਤੁਹਾਡੀ ਸੰਸਾਰ ਉਸਤਤ ਕਰੇਗਾ। ਅੱਜ ਵੇਖੋ ਭਾਈ ਮਹਾਂ ਸਿੰਘ ਜੀ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਉਹ ਵੀ ਮਨਾਇਆ ਜਾ ਰਿਹਾ ਹੈ, ਭਾਵੇਂ ਕਿ ਇਹ ਜਿਹੜਾ ਜੰਗ ਹੈ ਵਿਸਾਖ ਦੇ ਮਹੀਨੇ ਵਿੱਚ ਹੋਇਆ ਹੈ, ਪਰ ਗੁਰਮੁਖਾਂ ਨੇ ਮਤਾ ਕਰਕੇ ਇਹ ਜਿਹੜਾ ਦਿਨ ਸੀ ਮਾਘੀ ਦਾ ਮੁਕਰਰ ਕੀਤਾ। ਉਹਦਾ ਕਾਰਨ ਸੀ ਉਸ ਇਲਾਕੇ ਦੇ ਵਿੱਚ ਉਸ ਸਮੇਂ ਪਾਣੀ ਦੀ ਬੜੀ ਭਾਰੀ ਕਿੱਲਤ ਸੀ, ਤੇ ਵਿਸਾਖ ਦੇ ਮਹੀਨੇ ਵਿੱਚ ਇੱਕ ਫਸਲਾਂ ਦੀ ਵਾਢੀ ਦਾ ਵੀ ਜ਼ੋਰ ਹੁੰਦਾ ਹੈ, ਕਣਕ ਦੀ, ਤੇ ਇਸ ਕਰਕੇ ਉਸ ਸਮੇਂ ਜਿਹੜੇ ਗੁਰੂ ਕੇ ਸਿੰਘ, ਭਾਈ ਗੁੱਦੜ ਸਿੰਘ, ਹੋਰ ਬਹੁਤ ਸਾਰੇ ਸਿੰਘ, ਭਾਈ ਲੰਗਰ ਸਿੰਘ ਵਰਗੇ ਹੋਰ ਗੁਰਮੁਖ ਇਕੱਠੇ ਹੋਏ, ਤੇ ਉਹਨਾਂ ਨੇ ਫਿਰ ਇਹ ਗੁਰਮਤਾ ਕੀਤਾ ਕਿ ਆਪਾਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ,
ਤੇ ਮਾਘੀ ਦਾ ਦਿਨ, ਕਿਉਂ ਸਮਾਂ ਵਿਹਲਾ ਹੁੰਦਾ, ਜ਼ਿਮੀਂਦਾਰ ਵੀ ਵਿਹਲੇ ਹੁੰਦੇ ਨੇ, ਸਾਰੇ ਵਿਹਲੇ ਹੁੰਦੇ ਨੇ ਤਕਰੀਬਨ, ਤੇ ਇਹ ਦਿਨ ਮੁਕਰਰ ਕੀਤਾ। ਵਜੀਦ ਖਾਂ ਭਾਰੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਕਰਦਾ ਹੋਇਆ ਉਧਰ ਪਹੁੰਚਦਾ ਹੈ। ਇਹ ਖਿਦਰਾਣੇ ਦੀ ਢਾਬ ਜਿਹੜੀ ਇਸ ਇਲਾਕੇ ਦੇ ਵਿੱਚ ਮਸ਼ਹੂਰ ਸੀ। ਇੱਥੇ ਇੱਕ ਬਹੁਤ ਡੂੰਘਾ ਜਿਹੜਾ ਤਲਾਅ ਸੀ, ਤੇ ਉਹ ਮੀਂਹ ਜਦੋਂ ਪੈਂਦਾ ਸੀ ਪਾਣੀ ਭਰ ਜਾਂਦਾ ਸੀ, ਸਾਲ ਭਰ ਉੱਥੋਂ ਪਾਣੀ ਮੁੱਕਦਾ ਨਹੀਂ ਸੀ। ਬਹੁਤ ਵੱਡਾ ਇੱਕ ਤਲਾਅ ਸੀ, ਆਸੇ ਪਾਸੇ ਬਰੇਤੀ ਸੀ, ਸਾਰਾ ਸੁੰਨਾ, ਕੋਈ ਪਾਣੀ ਦਾ ਹੋਰ ਚਸ਼ਮਾ ਨੇੜੇ ਨਹੀਂ ਸੀ। ਤੇ ਇਹ ਜਿਹੜੇ ਸਿੰਘ, ਇਹਨਾਂ ਬਾਰੇ ਵੀ ਕਈ ਤਰ੍ਹਾਂ ਦੀਆਂ ਇਤਿਹਾਸਕਾਰਾਂ ਦੀ ਵੱਖੋ ਵੱਖਰੀਆਂ ਰਾਏ ਹਨ, ਪਰ ਇਹ ਬੇਮੁਖ ਹੋ ਗਏ, ਕਿਸੇ ਤਰ੍ਹਾਂ ਵੀ ਹੋਏ, ਕਾਰਨ ਕੁਝ ਵੀ ਬਣਿਆ। ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਕਰਦੀ ਹੋਈ ਵਜੀਦ ਖਾਂ ਦੀ ਫੌਜ ਇੱਥੇ ਆ ਰਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਜਾਓ ਨਾ ਮੁਕਤਸਰ, ਉੱਥੇ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਹੈ, ਉੱਥੇ ਮਹਾਰਾਜ ਉਸ ਸਮੇਂ ਉਤਾਰਾ ਕੀਤਾ ਹੋਇਆ ਸੀ। ਸਿੰਘਾਂ ਨੇ ਆ ਕੇ ਮੋਰਚੇ ਲਾ ਲਏ, ਤੇ ਜਦੋਂ ਫੌਜ ਦੇ ਨਾਲ ਫਿਰ ਭਾਰੀ ਜੰਗ ਹੋਇਆ, ਉਸ ਫੌਜ ਨੂੰ ਫਿਰ ਮੂੰਹ ਦੀ ਖਾ ਕੇ ਪਿੱਛੇ ਮੁੜਨਾ ਪਿਆ, ਕਿਉਂਕਿ ਪਾਣੀ ਦਾ ਪਾਣੀ ਉਹਨਾਂ ਦੇ ਕੋਲ ਨਹੀਂ ਸੀ। ਫਿਰ ਸਿੰਘਾਂ ਦੀ ਬਹਾਦਰੀ ਅੱਗੇ ਵੀ ਉਹ ਟਿਕ ਨਹੀਂ ਸਕੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜਾ ਟਿੱਬੀ ਸਾਹਿਬ ਉੱਚਾ ਗੁਰਦੁਆਰਾ ਹੈ, ਉੱਥੇ ਆ ਕੇ ਮਹਾਰਾਜ ਨੇ ਆਪ ਤੀਰਾਂ ਦੀ ਵਰਖਾ ਵੀ ਕੀਤੀ, ਤੀਰ ਚਲਾਏ। ਸ਼ਾਹੀ ਫੌਜ ਨੂੰ ਭਾਜੜ ਪਈ। ਜਦੋਂ ਜੰਗ ਖਤਮ ਹੋਇਆ, ਮਹਾਰਾਜ ਜੰਗ ਦੇ ਮੈਦਾਨ ਵਿੱਚ ਆਏ, ਤੇ ਗੁਰਮੁਖੋ ਇਹਨਾਂ ਦੀ ਕਮਾਨ ਮਾਤਾ ਭਾਗ ਕੌਰ ਕਰ ਰਹੇ ਸੀ। ਤੇ ਉਸ ਸਮੇਂ ਸਤਿਗੁਰੂ ਜੀ ਜਦੋਂ ਆਉਂਦੇ ਨੇ ਜੰਗ ਦੇ ਮੈਦਾਨ ਵਿੱਚ, ਜਿਹੜੇ ਸਿੰਘ ਸ਼ਹੀਦ ਹੋਏ ਸਨ 40, ਭਾਈ ਮਹਾਂ ਸਿੰਘ ਅਜੇ ਸਿਸਕਰੇ ਨੇ, ਬਾਕੀ ਸਿੰਘ ਸ਼ਹੀਦ ਹੋ ਚੁੱਕੇ ਨੇ। ਮਹਾਰਾਜ ਉਹਨਾਂ ਨੂੰ ਖਿਤਾਬ ਦਿੰਦੇ ਨੇ, ਇਹ ਮੇਰਾ 10 ਹਜ਼ਾਰੀ, ਇਹ ਮੇਰਾ 20 ਹਜ਼ਾਰੀ, 30 ਹਜ਼ਾਰੀ, 5 ਹਜ਼ਾਰੀ। ਭਾਈ ਮਹਾਂ ਸਿੰਘ ਨੂੰ ਗੋਦੀ ਵਿੱਚ ਲਿਆ। ਮਹਾਰਾਜ ਕਹਿੰਦੇ, ਭਾਈ ਮਹਾਂ ਸਿੰਘ ਮੰਗ ਲੈ ਜੋ ਮੰਗਣਾ ਹੈ, ਦੁਨੀਆ ਦਾ ਰਾਜ, ਇੰਦਰਪੁਰੀ ਸਵਰਗਪੁਰੀ ਦਾ ਰਾਜ, ਦੱਸ ਕੀ ਚਾਹੀਦਾ ਹੈ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਟੁੱਟੀ ਗੰਢ ਲਵੋ, ਜਿਹੜਾ ਬਦਾਵਾ ਲਿਖ ਕੇ ਦਿੱਤਾ ਸੀ ਉਹ ਬਦਾਵਾ ਪਾੜ ਦੇਵੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ। ਭਾਈ ਮਹਾਂ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ, ਤੇ ਮਹਾਰਾਜ ਕਹਿੰਦੇ, ਭਾਈ ਮਹਾਂ ਸਿੰਘ ਤੁਹਾਡਾ ਬਦਾਵਾ ਪਾੜ ਗਿਆ, ਹੁਣ ਤੁਹਾਡੀ ਗੁਰੂ ਨਾਲ ਗੰਢੀ ਗਈ ਹੈ। ਸੋ ਸਾਧ ਸੰਗਤ, ਅੱਜ ਉਹ ਪਾਵਨ ਦਿਹਾੜਾ ਵੀ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ। ਫਿਰ ਬੇਨਤੀ, ਇਹ ਜੰਗ ਵੈਸੇ ਵਿਸਾਖ ਦੇ ਮਹੀਨੇ ਵਿੱਚ ਹੋਇਆ ਹੈ, ਪਰ ਇਹ ਗੁਰਮਤਾ ਕਰਕੇ, ਕਿਉਂਕਿ ਮਹਾਰਾਜ ਜੀ ਨੇ ਪੰਥ ਨੂੰ ਇਹ ਵਡਿਆਈ ਦਿੱਤੀ ਹੈ ਵੀ ਜਦੋਂ ਤੁਸੀਂ ਕੋਈ ਵੀ ਫੈਸਲਾ ਲੈਣਾ ਨਾ, ਉਹ ਸਿੰਘ ਇਕੱਠੇ ਹੋ ਕੇ ਗੁਰਮਤਾ ਕਰਕੇ ਫੈਸਲਾ ਲੈ ਸਕਦੇ ਨੇ। ਸੋ ਸਾਧ ਸੰਗਤ, ਅੱਜ ਉਹਨਾਂ ਮਹਾਨ 40 ਸਿੰਘਾਂ ਦਾ, 40 ਮੁਕਤਿਆਂ ਦਾ ਵੀ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਹੈ। ਤੇ ਇੱਕ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ, ਬੀਬੀਆਂ ਨੇ, ਮਾਤਾਵਾਂ ਨੇ, ਸਾਨੂੰ ਮਾਤਾ ਭਾਗ ਕੌਰ ਵਰਗਾ ਜੀਵਨ ਬਣਾਉਣਾ ਪਵੇਗਾ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਜਿਹੜਾ ਢੱਡਰੀਆਂ ਵਾਲਾ ਪ੍ਰਚਾਰ ਕਰਦਾ, ਕਿ ਜੇ ਮੇਰੀ ਭੈਣ ਹੁੰਦੀ ਤੇ ਉਹਨੂੰ ਵੀ ਕਹਿੰਦਾ ਵੀ ਤੂੰ ਵੀ ਯੂਨੀਵਰਸ ਬਣ ਜਾ। ਕਿਸ ਤਰ੍ਹਾਂ ਦਾ ਵੇਖੋ ਬਾਣਾ ਪਾ ਕੇ ਸਿੱਖੀ ਦਾ ਤੇ ਪ੍ਰਚਾਰ ਤਾਂ ਇਹ ਹੈ ਵੀ ਸਾਡੀ ਭੈਣ, ਧੀ, ਭੈਣ, ਮਾਤਾ, ਬੀਬੀ, ਉਹ ਮਾਤਾ ਭਾਗ ਕੌਰ ਵਰਗੇ ਬਣੇ, ਬੀਬੀ ਸ਼ਰਨ ਕੌਰ ਵਰਗੀ ਬਣੇ। ਤੁਹਾਨੂੰ ਪਤਾ ਹੋਵੇਗਾ ਬੀਬੀ ਸ਼ਰਨ ਕੌਰ ਜਾਂ ਹਰਸ਼ਰਨ ਕੌਰ ਨਾਮ ਕਰਕੇ ਵੀ ਆਉਂਦਾ ਹੈ। ਚਮਕੌਰ ਦਾ ਜਦੋਂ ਜੰਗ ਸਮਾਪਤ ਹੋਇਆ ਨਾ, ਤੇ ਜਿਹੜੇ ਇੱਥੇ ਸਿੰਘ ਸ਼ਹੀਦ ਹੋਏ ਨੇ ਤੇ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਉਹਨਾਂ ਦਾ ਸੰਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਹੈ, ਕੋਈ ਬੰਦਾ ਨਹੀਂ ਹੈ। ਕੈਸੀਆਂ ਕੈਸੀਆਂ ਸਾਡੀਆਂ ਮਾਤਾਵਾਂ, ਭੈਣਾਂ, ਬੀਬੀਆਂ ਹੋ ਚੁੱਕੀਆਂ ਨੇ ਮਹਾਨ, ਜਿਹੜੀਆਂ ਬਾਣੀ ਨਾਲ ਜੁੜੀਆਂ ਸੀ। ਕਿਉਂਕਿ ਏਡੀ ਵੱਡੀ ਹਕੂਮਤ ਨਾਲ ਟੱਕਰ ਲੈਣੀ, ਰਾਤ ਦੇ ਹਨੇਰੇ ਵਿੱਚ ਕੱਲੀ ਨੇ ਜਾ ਕੇ ਵੇਖੋ ਸਾਰੇ ਸਿੰਘਾਂ ਦੇ ਸਰੀਰਾਂ ਨੂੰ ਇਕੱਠਾ ਕੀਤਾ, ਸੰਸਕਾਰ ਕੀਤਾ। ਜਦੋਂ ਅੱਗ ਦੇ ਲੰਬ ਉੱਪਰ ਉੱਠੇ ਤੇ ਫੌਜ, ਜਿਹੜੇ ਸਿਪਾਹੀ ਦੂਰ ਰਾਤ ਨੂੰ ਕਿਤੇ, ਉਹਨਾਂ ਨੇ ਆਖਿਆ ਹੁਣ ਕਿਹਨੇ ਆਉਣਾ, ਕਿਉਂਕਿ ਇੰਨੀ ਦਹਿਸ਼ਤ। ਤੇ ਪਿੰਡਾਂ ਵਿੱਚ ਉਹਨਾਂ ਨੇ ਇਹ ਵੀ ਹੋਕਾ ਦੇ ਦਿੱਤਾ ਸੀ ਵੀ ਜਿਹੜਾ ਇੱਥੇ ਆਵੇਗਾ ਉਹਨੂੰ ਮਾਰ ਦਿੱਤਾ ਜਾਵੇਗਾ। ਪਰ ਵੇਖੋ ਬੀਬੀ ਸ਼ਰਨ ਕੌਰ ਨੂੰ ਪਤਾ ਸੀ ਮੈਂ ਸ਼ਹੀਦ ਹੋ ਜਾਣਾ ਹੈ, ਫਿਰ ਵੀ ਹਟੀ ਨਹੀਂ ਪਿੱਛੇ। ਕਹਿੰਦੀ ਗੁਰੂ ਦੇ ਲਾਲਾਂ ਦਾ, ਗੁਰੂ ਦੇ ਸਿੰਘਾਂ ਦਾ ਸੰਸਕਾਰ ਹੋਣਾ ਚਾਹੀਦਾ ਹੈ।
ਉਹਨੂੰ ਜੀਵਦੀ ਨੂੰ ਅੱਗ ਦੇ ਵਿੱਚ ਉਸ ਬਲਦੇ ਹੋਈ ਚਿਖਾ ਦੇ ਵਿੱਚ ਸੱਟ ਕੇ ਸ਼ਹੀਦ ਕੀਤਾ ਗਿਆ। ਸਾਡੀਆਂ ਭੈਣਾਂ ਬੀਬੀਆਂ ਇਸ ਤਰ੍ਹਾਂ ਦਾ ਲਿਬਾਸ ਪਾਉਣ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋਵੇ, ਕਿਉਂਕਿ ਜਿਸ ਤਰ੍ਹਾਂ ਦੀ ਧਰਤੀ ਹੈ ਉਹਦੇ ਵਿੱਚ ਫਸਲ ਉਸੇ ਤਰ੍ਹਾਂ ਦੀ ਹੋਵੇਗੀ। ਤੇ ਜਿਹੜੀ ਕਿਸੇ ਬੀਬੀ ਨੇ ਆਪ ਹੀ ਤਨ ਨੂੰ ਬਸਤਰ ਨੂੰ ਲਾਹ ਦਿੱਤੇ ਨੇ, ਉਹ ਫਿਰ ਦੂਜਿਆਂ ਨੂੰ ਕੀ ਸੇਧ ਦੇਵੇਗੀ। ਜੇ ਸਮਾਜ ਨੂੰ ਚੰਗਾ ਰੱਖਣਾ ਹੈ, ਸੰਸਾਰ ਨੂੰ ਚੰਗਾ ਰੱਖਣਾ ਹੈ, ਤੇ ਇਸ ਜੀਵਨ ਸਾਨੂੰ ਗੁਰਮਤ ਦੇ ਅਨੁਸਾਰ ਚੱਲਣਾ ਪਵੇਗਾ। ਪਰ ਇਸ ਤਰ੍ਹਾਂ ਦੇ ਵੀ ਬੇਵਕੂਫ ਦੁਨੀਆ ਵਿੱਚ ਆ ਗਏ ਨੇ, ਵੇਖੋ ਕਿ ਬਾਣਾ ਪਾ ਕੇ ਤੇ ਲੋਕ ਉਹਨਾਂ ਨੂੰ ਸੁਣਦੇ ਵੀ ਨੇ। ਕੈਸੀ ਮੂਰਖਤਾ, ਕੈਸਾ ਦੇਖੋ ਕਲਯੁਗ ਦਾ ਸਮਾਂ ਆ ਗਿਆ, ਕਿਸ ਤਰ੍ਹਾਂ ਦੇ ਲੋਕ ਆ ਗਏ ਨੇ ਧਰਮ ਦੇ ਵਿੱਚ, ਕਿਸ ਤਰ੍ਹਾਂ ਦੀਆਂ ਬੇਹੁਦਾ ਗੱਲਾਂ ਕਰਦੇ ਨੇ। ਉਹ ਵੀ ਗੁਰੂ ਮਹਾਰਾਜ ਜੀ ਦੀ ਤਾਬਿਆ ਵਿੱਚ ਬੈਠ ਕੇ ਕਿ ਮੇਰੀ ਭੈਣ ਹੁੰਦੀ ਤੇ ਮੈਂ ਉਹਨੂੰ ਵੀ ਕਹਿੰਦਾ ਤੂੰ ਵੀ ਬਣ ਜਾ ਕੇ। ਸੋ ਗੁਰਮੁਖੋ, ਸਾਨੂੰ ਗੁਰਮਤ ਦਾ ਧਾਰਨ ਹੀ ਹੋਵੇਗਾ। ਮਾਤਾ ਭਾਗ ਕੌਰ ਆਪ ਜਾਣਦੇ ਹੋ ਕਿ ਜਦੋਂ ਘਰ ਗਏ ਤੇ ਉਹਨਾਂ ਬੀਬੀਆਂ ਨੇ ਅਗੂ ਲਾਹਨਤਾਂ ਪਾਈਆਂ ਤੇ ਤੁਸੀਂ ਗੁਰੂ ਦਾ ਸਾਥ ਛੱਡ ਕੇ ਆ ਗਏ ਹੋ, ਇਹ ਨਹੀਂ ਚਾਹੀਦਾ। ਆਪ ਅੱਗੇ ਲੱਗੀ ਬੀਬੀ ਭਾਗ ਕੌਰ, ਤੇ ਵੇਖੋ ਫਿਰ ਉਹੀ ਸਿੰਘ ਮੁੜ ਕੇ ਆ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਕਰਮ ਹੋਣ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਸੱਚ ਦਾ ਮਾਰਗ ਹੈ। ਸੰਸਾਰ ਤੁਹਾਡੀ ਉਸਤਤ ਕਰੇਗਾ ਸੱਚ ਦੇ ਮਾਰਗ ਤੇ ਚੱਲਣ ਦੀ। ਤੁਹਾਡੇ ਬਹਾਦਰੀ ਦੇ ਪਰਉਪਕਾਰ ਦੇ ਕਾਰਨਾਮੇ ਸੰਸਾਰ ਨੂੰ ਸੇਧ ਦੇਣਗੇ। 68 ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ ਜਿਹੜੀ ਜੀਵਾਂ ਤੇ ਦਇਆ ਕਰਨੀ ਹੈ, ਮੰਨ ਲਓ ਤੁਸੀਂ 68 ਤੀਰਥਾਂ ਦਾ ਇਸ਼ਨਾਨ, ਸਾਰੇ ਦਾਨ ਪੁੰਨ ਕਰ ਲਏ, ਜੇਕਰ ਤੁਸੀਂ ਦਇਆ ਰੱਖਦੇ ਹੋ ਆਪਣੇ ਹਿਰਦੇ ਦੇ ਵਿੱਚ। ਕਿਉਂਕਿ ਜਿਹੜਾ ਧਰਮ ਹੈ ਦਇਆ ਤੋਂ ਪੈਦਾ ਹੁੰਦਾ ਹੈ। ਜਪਜੀ ਸਾਹਿਬ ਪੜ੍ਹਦੇ ਹੋ ਨਾ, ਮਹਾਰਾਜ ਕਹਿੰਦੇ ਧੋਲ ਧਰਮ ਦਇਆ ਕਾ ਪੂਤ। ਧਰਤੀ ਕਿਹਦੇ ਆਸਰੇ ਤੇ ਖੜੀ ਹੈ? ਧਰਮ ਦੇ ਆਸਰੇ ਤੇ, ਧਰਮ ਰੂਪੀ ਬਲਦ ਦੇ ਆਸਰੇ ਤੇ। ਤੇ ਧਰਮ ਪੈਦਾ ਕਿੱਥੋਂ ਹੁੰਦਾ ਹੈ? ਦਇਆ ਦੇ ਵਿੱਚੋਂ। ਸਿੱਖ ਕੌਮ ਵਰਗੀ ਕੋਈ ਦਇਆਵਾਨ ਕੌਮ ਨਹੀਂ ਹੈ। ਇਹ ਆਪਣਿਆਂ ਵਾਸਤੇ ਤੇ ਲੰਗਰ ਲਾਉਂਦੇ ਨੇ, ਦੂਜਿਆਂ ਨੂੰ ਕਹਿੰਦੇ ਤੁਸੀਂ ਵੀ ਆ ਜਾਓ। ਕੋਈ ਵੀ ਅੱਜ ਇੱਥੋਂ ਤੱਕ ਤੁਸੀਂ ਪੰਥ ਪ੍ਰਕਾਸ਼ ਪੜ੍ਹੋ, ਉਹਦੇ ਵਿੱਚ ਲਿਖਿਆ ਵੀ ਦੁਸ਼ਮਣ ਵੀ ਆ ਜਾਵੇ ਨਾ, ਉਹਨੂੰ ਲੰਗਰ ਵਿੱਚੋਂ ਨਹੀਂ ਹਟਾਉਣਾ। ਲੰਗਰ ਚੱਲ ਰਿਹਾ ਨਾ, ਤੁਹਾਡਾ ਕੋਈ ਦੁਸ਼ਮਣ ਆ ਗਿਆ, ਉਸ ਸਮੇਂ ਕਈ ਜਦੋਂ ਸਿੰਘਾਂ ਦੇ ਜੰਗ ਹੁੰਦੇ ਸੀ, ਕਈ ਦੁਸ਼ਮਣ ਵੀ ਆ ਕੇ ਲੰਗਰ ਵਿੱਚ ਛਕ ਜਾਂਦੇ ਸੀ। ਉਸ ਸਮੇਂ ਕਹਿੰਦੇ ਨਹੀਂ ਹੁਣ ਇਹ ਗੁਰੂ ਦਾ ਲੰਗਰ ਹੈ ਤੇ ਜਿਹੜਾ ਮਰਜ਼ੀ ਛਕ ਜਾਵੇ। ਇਹ ਹੈ ਦਇਆ ਖਾਲਸੇ ਦੇ ਅੰਦਰ। ਮਹਾਰਾਜ ਕਹਿੰਦੇ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਉਹ ਵਾਹਿਗੁਰੂ ਦਇਆ ਕਰਕੇ ਜਿਸ ਨੂੰ ਇਹ ਰੱਬੀ ਗੁਣ ਦਿੰਦਾ ਹੈ, ਉਹ ਪੁਰਖ ਸੁਜਾਨ ਹੈ। ਦੁਨੀਆ ਵਿੱਚ ਸਿਆਣਾ ਉਹ ਹੈ ਜਿਹਦੇ ਕੋਲ ਇਹ ਰੱਬੀ ਗੁਣ ਨੇ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਇਸ ਤਰ੍ਹਾਂ ਜਿਨ੍ਹਾਂ ਨੂੰ ਉਹ ਵਾਹਿਗੁਰੂ ਮਿਲ ਗਿਆ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਇਹੀ ਹੈ ਰੱਬ ਦੀ ਪ੍ਰਾਪਤੀ ਦਾ ਮਾਰਗ। ਸੰਗਤਾਂ ਦੀ, ਗੁਰਸਿੱਖਾਂ ਦੀ ਸੇਵਾ, ਨਾਮ ਜਪਣਾ ਜਪਾਉਣਾ, ਭਲੇ ਕਰਮ ਕਰਨੇ, ਤੇ ਮਹਾਰਾਜ ਕਹਿੰਦੇ ਜੀਵਾਂ ਤੇ ਦਇਆ ਕਰਨੀ। ਤੇ ਜਿਨ੍ਹਾਂ ਨੇ ਇਹ ਕਰਮ ਆਪਣੇ ਜੀਵਨ ਵਿੱਚ ਲੈ, ਉਹਨਾਂ ਨੂੰ ਰੱਬ ਮਿਲ ਗਿਆ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਉਹ ਸੁੱਚੇ ਹਨ, ਪਵਿੱਤਰ ਹਨ। ਨਾ ਕਿ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਸੁੱਚੇ ਨਹੀਂ। ਸੁੱਚਾ ਉਹ ਹੈ, ਮਹਾਰਾਜ ਕਹਿੰਦੇ ਜਿਹਦੇ ਕੋਲੇ ਰੱਬੀ ਗੁਣ ਆ ਗਏ, ਜਿਹਦੇ ਤੇ ਪੂਰਾ ਗੁਰੂ ਮਿਹਰਬਾਨ ਹੋਇਆ ਹੈ। ਪੂਰਾ ਗੁਰੂ ਮਿਹਰਬਾਨ ਉਹਦੇ ਤੇ ਹੁੰਦਾ ਜਿਹੜਾ ਦੈਵੀ ਗੁਣਾਂ ਨੂੰ ਧਾਰਨ ਕਰਦਾ ਹੈ, ਗੁਰੂ ਦੀ ਗੱਲ ਮੰਨਦਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੀਏ, ਆਪ ਵੀ ਜੁੜੀਏ, ਤਾਂ ਜੋ ਸਰਬੱਤ ਦਾ ਭਲਾ ਹੋਵੇ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अच्छा।